जे अग लाया ही सड़नी सी तेरे खता नाल सड़ जानी सी जे पानियां दे विच हड़नी सी तेरी फोटो नाल हड़ जानी सी। ਸਾਬਰ ਕੋਟੀ ਸਾਹਿਬ ਦਾ ਆਖਰੀ ਵੇਲਾ ਕਿਹੋ ਜਿਹਾ ਸੀਗਾ? ਉਹ ਬਹੁਤ ਸੁਪਰਸਟਾਰ ਰਹੇ, ਬਹੁਤ ਮਕਬੂਲ ਰਹੇ। ਹਸਪੀਟਲ ਦੇ ਵਿੱਚ ਸੀਗੇ ਉਹ ਜੀ। ਮੇਰੀ ਇੱਕ ਡਿਊਟੀ ਹੁੰਦੀ ਸੀਗੀ। ਮੈਨੂੰ ਡਾਕਟਰ ਸਾਹਿਬ ਨੇ ਇੱਕੋ ਗੱਲ ਸਮਝਾਈ ਸੀ, ਇਹਨਾਂ ਦੇ ਅੰਦਰ ਕੋਈ ਇਹੋ ਜਿਹੀ ਗੱਲ ਚੱਲ ਰਹੀ ਹੈ ਜੋ ਇਹਨਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ। ਆ ਰਹੀ ਹੈ ਕੋਈ ਇੱਕ ਗੱਲ ਜਿਹੜੀ ਦਿਲ ਦੀ ਉਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੋਈ, ਜੇਕਰ ਸਾਡੇ ਨਾਲ ਸਾਂਝੀ ਕਰਨੀ ਚਾਹੋ? ਨਾ ਕਦੀ ਸਾਡੇ ਨਾਲ, ਨਾ ਕਦੀ ਦੁਨੀਆਦਾਰੀ 'ਚ ਉਹਨਾਂ ਨੇ ਕਦੀ ਦਿਮਾਗ ਦੀ ਵਰਤੋਂ ਨਹੀਂ ਕੀਤੀ। ਜਿਹਦੇ ਲਈ ਕੀਤਾ ਦਿਲੋਂ ਕੀਤਾ। ਕੁਝ ਕੁ ਲੋਕਾਂ ਨੇ ਇੱਦਾਂ ਦੇ ਜ਼ਖਮ ਦੇ ਦਿੱਤੇ ਸੀ ਉਹਨਾਂ ਨੂੰ ਕਿ ਜੋ ਮੇਰਾ ਖਿਆਲ ਉਹ ਸਹਾਰ ਨਹੀਂ ਪਾਏ। ਲੇਟ ਕੇ ਸੀਸੀਟੀਵੀ ਕੈਮਰਾ ਦੇਖਦੇ ਰਹਿੰਦੇ ਸੀਗੇ ਵੀ ਯਾਰ ਕੋਈ ਆਊਗਾ ਮੇਰਾ ਪਤਾ ਲੈਣ, ਮੈਨੂੰ ਮਿਲਣ ਆਊਗਾ। ਦਾਰੂ ਪੀਣ ਕਰਕੇ ਲੀਵਰ ਖਰਾਬ ਹੋ ਗਿਆ, ਸਿਹਤ ਬਹੁਤ ਮਾੜੀ ਹੋ ਗਈ, ਕਈ ਤਰ੍ਹਾਂ ਦੇ ਇਹੋ ਜਿਹੇ ਰੋਗਾਂ ਨੇ ਜਕੜ ਲਿਆ ਉਹਨਾਂ ਨੂੰ। ਸੋ ਇਦਾਂ ਦੀਆਂ ਗੱਲਾਂ ਸੱਚੀਆਂ ਸੀ ਕਿ ਝੂਠੀਆਂ? ਕਿਸੇ ਨੇ ਮੈਸੇਜ ਲਿਖਿਆ ਹੋਇਆ ਸੀਗਾ ਵੀ ਸਾਬਰ ਕੋਟੀ ਸਾਹਿਬ ਇਦਾਂ ਤਾਂ ਹੋ ਗਏ ਆ ਕਿ ਉਹ ਚਿੱਟਾ ਪੀਣ ਲੱਗ ਗਏ। ਜਦੋਂ ਕੋਈ ਕਲਾਕਾਰ ਬਹੁਤ ਮਸ਼ਹੂਰ ਹੁੰਦਾ ਉਦੋਂ ਐਵੇਂ ਪੈਰੀਂ ਹੱਥ ਲਾਉਣ ਵਾਲੇ ਬਹੁਤ ਆ ਜਾਂਦੇ ਆ, ਉਸਤਾਦ ਜੀ ਉਸਤਾਦ ਜੀ ਉਸਤਾਦ। ਪਤਾ ਹੀ ਨਹੀਂ ਕਿੰਨੇ ਉਹਨਾਂ ਦੇ ਜਿਹੜੇ ਇਹ ਕਹਿ ਲਓ ਵੀ ਸ਼ਾਗਿਰਦ ਪੈਦਾ ਹੋ ਗਏ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚਾਹ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਅੱਜ ਇੱਕ ਸਭ ਤੋਂ ਅਲੱਗ ਤੇ ਖਾਸ ਕਿਸ਼ਤ ਲੈ ਕੇ ਅਸੀਂ ਆਏ ਹਾਂ। ਸਭ ਤੋਂ ਅਲੱਗ ਮੈਂ ਇਸ ਲਈ ਕਹਿ ਰਹੀ ਹਾਂ ਕਿ ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ, ਜਿਨ੍ਹਾਂ ਦੇ ਸਫ਼ਰ ਦੇ ਬਾਰੇ 'ਚ ਅਸੀਂ ਜਾਣਨਾ, ਉਹ ਆਪ ਮੌਜੂਦ ਨਹੀਂ ਹੈ, ਪਰ ਉਹਨਾਂ ਦਾ ਪੁੱਤਰ ਅੱਜ ਸਾਡੇ ਨਾਲ ਮੌਜੂਦ। ਬਿਲਕੁਲ ਜੀ, ਜਨਾਬ ਸਾਬਰ ਕੋਟੀ ਸਾਹਿਬ ਨੇ ਜਿਹੜੇ ਜੀ ਪੰਜਾਬੀ ਗਾਇਕੀ ਦੇ ਵਿੱਚ ਉਹ ਮੀਲ ਪੱਥਰ ਸਾਬਤ ਕਰ ਗਏ ਜਿਹੜੇ ਮੇਰਾ ਖਿਆਲ ਆ ਵੀ ਪਾਰ ਕਰਨੇ ਜਾਂ ਉਹ ਜੈ ਸਥਾਪਿਤ ਕਰਨੇ ਸ਼ਾਇਦ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ। ਬਿਲਕੁਲ ਸਾਬਰ ਕੋਟੀ ਹੋਰਾਂ ਦੀ ਸੁਰ, ਉਹਨਾਂ ਦੀਆਂ ਮੁਰਕੀਆਂ, ਉਹਨਾਂ ਦੀ ਸੰਗੀਤ ਸਮਝ, ਉਹਨਾਂ ਦੀ ਗੀਤ ਚੋਣ ਤੇ ਮਕਬੂਲ ਹੋਏ ਗੀਤ ਤੇ ਸਟੇਜੀ ਪੇਸ਼ਕਾਰੀ, ਇਹ ਸਾਰੀਆਂ ਗੱਲਾਂ ਇੱਕ ਬਾ ਕਮਾਲ ਸੁਮੇਲ ਸੀ। ਸੋ ਸਾਬਰ ਕੋਟੀ ਸਾਹਿਬ ਆ ਜਿਹੜੇ ਉਹ ਲਗਭਗ 4-4.25 ਵਰੇ ਸਾਡੇ ਕੋਲੋਂ ਪਹਿਲਾਂ ਕੂਚ ਕਰ ਗਏ ਆ। ਉਹਨਾਂ ਦੇ ਪੁੱਤਰ ਦਾ ਨਾਮ ਹੈਗਾ ਅਲੈਕਸ ਕੋਟੀ। ਅੱਜ ਸਾਡੇ ਨਾਲ ਉਹ ਪਹੁੰਚੇ ਨੇ। ਬੇਸ਼ੱਕ ਉਹਨਾਂ ਦੇ ਪੁੱਤਰ ਨੂੰ ਹਾਲੇ ਬਹੁ ਗਿਣਤੀ ਦਰਸ਼ਕ ਨਹੀਂ ਜਾਣਦੇ ਹੋਣੇ ਜਾਂ ਹੋ ਸਕਦਾ ਵੀ ਪਹਿਲੀ ਵਾਰ ਉਹਨਾਂ ਦਾ ਚਿਹਰਾ ਵੇਖਣ, ਪਰ ਸੰਭਾਵਨਾਵਾਂ ਭਰਪੂਰ ਗਾਇਕ ਨੇ। ਅੱਜ ਇਹਨਾਂ ਦੇ ਪਿਤਾ ਦੇ ਬਾਰੇ ਗੱਲਾਂ ਕਰਾਂਗੇ ਕਿਉਂਕਿ ਪੁੱਤ ਜਾਂ ਧੀ ਜਾਂ ਪਰਿਵਾਰ ਦੇ ਬਾਕੀ ਜੀ ਆ ਜਿਹੜੇ ਨਾਲ ਰਹਿੰਦੇ ਉਹ ਵੱਧ ਦੱਸ ਸਕਦੇ ਹੁੰਦੇ ਆ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੀ ਗੱਲਬਾਤ ਚੱਲਦੀ ਸੀ। ਇਹਨਾਂ ਦੇ ਗਾਣੇ ਵੀ ਸੁਣਾਂਗੇ, ਸਾਬਰ ਕੋਟੀ ਹੋਰਾਂ ਦੇ ਗਾਣੇ ਵੀ ਸੁਣਾਂਗੇ ਤੇ ਕੌੜੀਆਂ ਮਿੱਠੀਆਂ ਯਾਦਾਂ ਵੀ ਜਾਣਾਂਗੇ ਜੀ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਜੀ। ਠੀਕ ਠਾਕ ਹੋ ਬਾਈ ਜੀ? ਚੜ੍ਹਦੀ ਕਲਾ ਤੋਂ? ਠੀਕ ਜੀ, ਸਭ ਠੀਕ ਜੀ। ਜ਼ਿੰਦਾਬਾਦ ਹੋ? ਬਿਲਕੁਲ ਜੀ, ਬਿਲਕੁਲ, ਆਸ਼ੀਰਵਾਦ ਹੈ ਜੀ ਮਾਲਕਾਂ ਦਾ। ਚਲੋ ਬਹੁਤ ਚੰਗੀ ਗੱਲ ਆ। ਤੁਹਾਡਾ ਭਵਿੱਖ ਸੁਨਹਿਰੀ ਹੋਵੇ ਪਹਿਲਾਂ ਤਾਂ ਅਸੀਂ ਇਹਦੀ ਕਾਮਨਾ ਕਰਦੇ ਹਾਂ। ਆਮੀਨ। ਤੁਸੀਂ ਆਪਦੇ ਡੈਡੀ ਜੀ ਦੇ ਪਾਏ ਪੈੜ ਚਿੰਨ੍ਹਾਂ ਦੇ ਉੱਤੇ ਚੱਲੋ ਤੇ ਜਿਹੜਾ ਉਹਨਾਂ ਨੇ ਮੀਲ ਪੱਥਰ ਸਾਬਤ ਕੀਤਾ ਨੇੜੇ ਤੇੜੇ ਜ਼ਰੂਰ ਪਹੁੰਚੋ, ਸਾਡੀ ਇਹ ਕਾਮਨਾ ਹੈਗੀ ਹੈ। ਜੀ 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 ਬਾਈ ਜੀ, ਫਿਰ ਗਾਇਕੀ ਦੇ ਲਈ ਪੂਰਾ ਟਾਈਮ ਕੱਢਦੇ ਹੋ ਹੁਣ ਰਿਆਜ਼ ਦੇ ਲਈ? ਬਿਲਕੁਲ ਜੀ, ਬਿਲਕੁਲ। ਰਿਆਜ਼ ਚੱਲ ਰਿਹਾ ਜੀ, ਗਾਣੇ ਵਜਾਣੇ ਦਾ ਰਿਆਜ਼ ਵੀ ਚੱਲ ਰਿਹਾ ਔਰ ਜ਼ਿੰਦਗੀ ਦਾ ਵੀ ਚੱਲ ਰਿਹਾ ਨਾਲ ਦੀ ਨਾਲ। ਜ਼ਿੰਦਗੀ ਦਾ ਥੋੜਾ ਜਿਹਾ ਵੱਧ ਔਖਾ ਹੋਣਾ ਕਿਉਂਕਿ ਇਸ ਲਾਈਨ ਦੇ ਵਿੱਚ ਪੈਰ ਪੱਕੇ ਕਰਨੇ ਬੜੇ ਔਖੇ ਆ। ਬਹੁਤ ਜੀ। ਪਹਿਲਾਂ ਜਦੋਂ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਉਸ ਟਾਈਮ ਚੁਣਵੇਂ ਲੋਕ ਸੀਗੇ, ਬਹੁਤ ਘੱਟ ਲੋਕ ਸੀਗੇ ਜਿਹੜੇ ਗਾਣੇ ਵਜਾਣੇ ਨੂੰ ਹੱਥ ਪਾਉਂਦੇ ਸੀਗੇ। ਤਾਂ ਹੁਣ ਤਾਂ ਤੁਸੀਂ ਦੇਖਦੇ ਹੀ ਆ, ਅੱਜ ਕੱਲ੍ਹ ਤਾਂ ਟੀਵੀ ਚੈਨਲ ਵਾਲਾ ਕੰਮ ਹੀ ਖਤਮ ਹੋ ਗਿਆ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੀ ਖੇਡ ਰਹਿ ਗਈ ਹੈ ਸਾਰੀ। ਜੇ ਤੁਸੀਂ ਸੋਸ਼ਲ ਮੀਡੀਆ 'ਤੇ ਤੁਸੀਂ ਵਾਇਰਲ ਹੋ ਗਏ ਆ, ਤੁਹਾਨੂੰ ਇਹ ਨਹੀਂ ਮੈਟਰ ਕਰਦਾ, ਤੁਹਾਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈਗਾ ਕਿ ਤੁਹਾਨੂੰ ਗਾਣੇ ਵਜਾਣੇ ਦਾ ਗੁਰ ਗਿਆਨ ਹੈ, ਤੁਹਾਨੂੰ ਮਾਈਕ ਫੜ ਕੇ ਕੁਝ ਬੋਲਣਾ ਆਉਂਦਾ ਜਾਂ ਨਹੀਂ ਆਉਂਦਾ। ਇਸ ਵਕਤ ਜਿਹੜਾ ਟਾਈਮ ਚੱਲ ਰਿਹਾ ਉਹ ਇਹ ਚੱਲ ਰਿਹਾ ਕਿ ਤੁਸੀਂ ਪਬਲਿਕ ਦੀ ਨਜ਼ਰ 'ਚ ਆਉਣੇ ਚਾਹੀਦੇ ਆ, ਜ਼ਿਆਦਾ ਤੁਸੀਂ ਵਾਇਰਲ ਹੋਣੇ ਚਾਹੀਦੇ ਆ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਤਰੀਕੇ ਦੇ ਨਾਲ। ਪੁੱਠਾ ਸਿੱਧਾ ਕੰਮ ਜੋ ਮਰਜ਼ੀ ਕਰੋ। ਬਿਲਕੁਲ ਜੀ, ਚੱਲੀ ਜਾਂਦਾ ਜੀ ਅੱਜ ਕੱਲ੍ਹ ਸਾਰਾ ਕੁਝ। ਬਿਲਕੁਲ। ਤੇ ਰਿਆਜ਼ ਪਹਿਲਾਂ ਪਿਤਾ ਜੀ ਦੀ ਹਾਜ਼ਰੀ ਦੇ ਵਿੱਚ ਕਰਨਾ ਜੀ, ਤੇ ਹੁਣ ਸਰੀਰਕ ਤੌਰ ਤੇ ਕਿਉਂਕਿ ਉਹ ਸਾਡੇ ਵਿੱਚ ਨਹੀਂ, ਹੁਣ ਰਿਆਜ਼ ਕਰਨਾ ਹੁਣ ਤਾਂ ਜ਼ਿਆਦਾ ਔਖਾ ਲੱਗਦਾ ਹੋਵੇਗਾ। ਉਸ ਟਾਈਮ ਮੇਰੇ ਖਿਆਲ ਨਾਲ ਮੇਰੇ ਲਈ ਉਹ ਟਾਈਮ ਜ਼ਿਆਦਾ ਔਖਾ ਸੀਗਾ ਕਿਉਂਕਿ ਉਦੋਂ
ਇੱਕ ਡਰ ਹੁੰਦਾ ਸੀਗਾ। ਔਰ ਮੈਂ ਜਿੰਨਾ ਵੀ ਹੁਣ 31-32 ਸਾਲਾਂ ਦਾ ਮੈਂ ਹੋ ਗਿਆ, ਤੇ ਉਹਨਾਂ ਦਾ ਇੱਕ ਇਹ ਰਿਕਾਰਡ ਰਿਹਾ, ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੇ ਅੱਜ ਤੱਕ ਉਹਨਾਂ ਨੇ ਮੇਰੇ ਤੇ ਕਦੀ ਹੱਥ ਨਹੀਂ ਚੱਕਿਆ। ਕਿਉਂਕਿ ਉਹਨਾਂ ਦੀ ਇਹ ਸੋਚ ਸੀ ਕਿ ਅੱਜ ਦੇ ਜਿਹੜੇ ਰਿਸ਼ਤੇ ਆ, ਖਾਸ ਕਰਕੇ ਜਿਹੜੇ ਸਾਡੇ ਬੱਚਿਆਂ ਨਾਲ ਸਾਡੇ ਰਿਸ਼ਤੇ ਹੁੰਦੇ ਆ, ਉਹ ਇੱਕ ਗੈਸ ਵਾਲਾ ਜਿਹੜਾ ਗੁਬਾਰਾ ਹੁੰਦਾ ਨਾ, ਉਹਦੇ ਵਰਗੇ ਹੁੰਦੇ ਆ। ਜੇ ਆਪਾਂ ਉਹਨੂੰ ਬਹੁਤ ਜ਼ਿਆਦਾ ਘੁੱਟਾਂਗੇ ਉਹ ਫਟ ਜਾਏਗਾ, ਤੇ ਜੇ ਉਹਨੂੰ ਆਪਾਂ ਬਹੁਤ ਜ਼ਿਆਦਾ ਖੁੱਲ੍ਹ ਦੇ ਦਾਂਗੇ ਉਹ ਉੜ ਜਾਏਗਾ। ਤਾਂ ਇਸ ਕਰਕੇ ਉਹਨਾਂ ਨੇ ਜਿੰਨਾ ਕੁਝ ਵੀ ਮੈਨੂੰ ਸਿਖਾਇਆ ਸਟੇਜ ਦੇ ਉੱਪਰ ਵੀ, ਔਰ ਜਦੋਂ ਅਸੀਂ ਕਿਤੇ ਮਹਿਫਿਲ ਦੇ ਵਿੱਚ ਵੀ ਬੈਠਦੇ ਸੀਗੇ, ਬੜੇ ਪਿਆਰ ਦੇ ਨਾਲ ਸਿਖਾਇਆ। ਔਰ ਉਦੋਂ ਹਮੇਸ਼ਾ ਇੱਕੋ ਹੀ ਚੀਜ਼ ਕਹਿੰਦੇ ਹੁੰਦੇ ਸੀਗੇ ਕਿ ਬੇਟਾ ਵੀ ਗਾਣਾ ਵਜਾਣਾ ਜਿਹੜਾ ਆ ਬੇਟਾ, ਇਹ ਸਮੁੰਦਰ ਹੈ, ਤੇ ਸਮੁੰਦਰ ਤੋਂ ਜਿੰਨਾ ਮਰਜ਼ੀ ਸਮੁੰਦਰ ਚੋਂ ਤੁਸੀਂ ਪਾਣੀ ਪੀ ਜਾਓ ਤੇ ਇਹ ਖਤਮ ਨਹੀਂ ਹੁੰਦਾ। ਇਸ ਕਰਕੇ ਬੇਟਾ ਇਹ ਗਾਣਾ ਵਜਾਣਾ ਜਿਹੜਾ ਹੈ, ਇਹਨੂੰ ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਇਹਨੂੰ ਇਬਾਦਤ ਦੇ ਤਰੀਕੇ ਨਾਲ ਲਾਓਗੇ, ਇਹ ਤੁਹਾਨੂੰ ਓਨਾ ਹੀ ਡਬਲ ਜਿਹੜਾ ਆ ਉਹ ਰਹਿਮਤਾਂ ਤੁਹਾਨੂੰ ਤੇ ਬਰਸਾਏਗਾ। ਲੇਕਿਨ ਅਗਰ ਇਸ ਚੀਜ਼ ਨੂੰ ਤੁਸੀਂ ਗਲਤ ਤਰੀਕੇ ਨਾਲ ਲਾਓਗੇ ਤਾਂ ਉਹਦਾ ਫਿਰ ਰਿਜ਼ਲਟ ਪਤਾ ਹੀ ਹੈ ਤੁਹਾਨੂੰ। ਅਸੀਂ ਤਾਂ ਤੁਹਾਨੂੰ ਕਈ ਵਾਰੀ ਸੁਣਿਆ ਜੀ, ਤੁਹਾਡੇ ਗਾਣੇ ਵੀ ਸੁਣੇ ਆ। ਅੱਛਾ ਜੀ। ਕੁਝ ਸਾਡੇ ਦਰਸ਼ਕ ਵੀ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਗਾਣੇ ਸੁਣੇ ਹੋਣਗੇ ਜੀ, ਪਰ ਮੈਂ ਚਾਹੁੰਦਾ ਜੀ ਕਿ ਪਹਿਲਾਂ ਇੱਕ ਗੀਤ ਦੇ ਬੋਲ ਹੋ ਜਾਣ ਜੀ, ਤੇ ਬਾਅਦ ਦੇ ਵਿੱਚ ਆਪਾਂ ਅਗਲੀਆਂ ਗੱਲਾਂ ਕਰਦੇ ਹਾਂ। ਜੀ। ਗਾਣਾ ਮੇਰਾ ਸਭ ਤੋਂ ਪਹਿਲਾਂ ਇੱਕ ਰਿਲੀਜ਼ ਹੋਇਆ ਸੀ ਜੀ। ਮਜ਼ੇ ਦੀ ਗੱਲ ਇਹ ਹੈ ਕਿ ਮੈਂ ਡੈਡੀ ਨੂੰ ਦੱਸਿਆ ਨਹੀਂ ਸੀ, ਡੈਡੀ ਤੋਂ ਅਸੀਂ ਚੀਟਿੰਗ ਕੀਤੀ ਸੀ ਸਾਰਿਆਂ ਨੇ। ਸਾਡੀ ਸੋਚ ਇਹ ਸੀ ਕਿ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਣਾ ਸੀ, ਔਰ ਉਹ ਗਾਣਾ ਇਦਾਂ ਦਾ ਸੀਗਾ ਕਿ ਉਹ ਗਾਣਾ ਡੈਡੀ 6-7 ਸਾਲ ਤੋਂ ਉਸ ਗਾਣੇ ਦੇ ਪਿੱਛੇ ਸੀਗੇ ਕਿ ਉਹ ਇਹ ਗਾਣਾ ਮੈਂ ਕਰਨਾ, ਪਰ ਉਹ ਉਹਨਾਂ ਕੋਲੋਂ ਨਹੀਂ ਹੋਇਆ। ਉਹ ਕਿਸਮਤ ਨਾਲ ਮੇਰੀ ਝੋਲੀ ਪਿਆ। ਉਹ ਮੈਂ ਛੋਟਾ ਜਿਹਾ ਕਰਕੇ ਸੁਣਾਉਣਾ ਜੀ। ਦੱਸ ਕਿਹੜੀਆਂ ਵਫਾਵਾਂ ਕਿਹੜੇ ਮੰਗਦਾ ਸਿਲੇ, ਦੱਸ ਕਿਹੜੀਆਂ ਵਫਾਵਾਂ ਕਿਹੜੇ ਮੰਗਦਾ ਸਿਲੇ, ਅਸੀਂ ਜਦ ਵੀ ਰਹੇ ਤੂੰ ਰਿਹਾ ਕਰਦਾ ਗਿਲੇ, ਜਦੋਂ ਡੁੱਲੇ ਸੀ ਤੇਰੇ ਤੇ ਤੂੰ ਤੇ ਘੁੱਟ ਵੀ ਨਾ ਪੀਤਾ, ਮੈਨੂੰ ਦੱਸ ਤੇ ਸਹੀ ਤੂੰ ਪਿਆਰ ਕਿਹੜੇ ਵੇਲੇ ਕੀਤਾ, ਮੈਨੂੰ ਦੱਸ ਤੇ ਸਹੀ ਤੂੰ ਪਿਆਰ ਕਿਹੜੇ ਵੇਲੇ। ਬਹੁਤ ਖੂਬ, ਕੀ ਬਾਤ ਹੈ, ਕੀ ਬਾਤ ਆ, ਕਮਾਲ ਬਹੁਤ ਸੋਹਣੀ ਤੁਹਾਡੇ ਵਿੱਚ ਸੁਰ ਸਮਝ ਹੈਗੀ ਆ। ਤੇ ਜਿਵੇਂ ਸਾਬਰ ਕੋਟੀ ਸਾਹਿਬ ਤੋਂ ਗਵਾਇਆ ਜੀ, ਚਰਨਜੀਤ ਅਹੂਜਾ ਜੀ ਨੇ, ਜੀ, ਸੰਗੀਤ ਸਮਰਾਟ ਨੇ, ਤੁਹਾਡੇ ਵਿੱਚ ਉਹ ਮੁਰਕੀਆਂ ਉਹ ਗੱਲ ਹੈਗੀ ਆ। ਇਹ ਬਸ ਜੀ ਡੈਡੀ ਹੁਣਾਂ ਦਾ ਆਸ਼ੀਰਵਾਦ ਹੈ, ਸਾਡੇ ਜਿਹੜੇ ਬਜ਼ੁਰਗ ਨੇ ਮੇਰੇ ਦਾਦਾ ਜੀ, ਉਹਨਾਂ ਦਾ ਸਾਰਿਆਂ ਦਾ ਆਸ਼ੀਰਵਾਦ ਹੈ ਜਿਹੜਾ ਥੋੜਾ। ਪਰ ਦੁੱਖ ਦੀ ਗੱਲ ਇਹ ਆ ਵੀ ਅੱਜ ਕੱਲ ਸਰੋਤੇ ਇਹਨਾਂ ਗੱਲਾਂ ਦੀ ਸਮਝ ਨਹੀਂ ਰੱਖਦੇ ਜੀ, ਸਰੋਤੇ ਇਹਨਾਂ ਗੱਲਾਂ ਦੀ ਪਰਖ ਨਹੀਂ ਕਰਦੇ। ਅੱਜ ਕੱਲ ਤਾਂ ਚੱਕ ਲੋ ਧਰ ਲੋ ਆ। ਬਿਲਕੁਲ ਜੀ, ਅੱਜ ਕੱਲ ਗਾਣਾ ਵਜਾਣਾ ਪਤਾ ਨਹੀਂ ਕਿੱਧਰ ਨੂੰ ਤੁਰ ਪਿਆ। ਅੱਜ ਕੱਲ ਤਾਂ ਗਾਣਾ ਵਜਾਣਾ ਨਹੀਂ ਕਹਿ ਸਕਦੇ ਇਹਨੂੰ, ਮੇਰੇ ਖਿਆਲ ਦੇ ਨਾਲ ਤਾਂ ਜਿਹੜੇ ਸੂਝਵਾਨ ਲੋਕ ਨੇ ਜਾਂ ਜਿਹੜੇ ਸੁਰ ਦੇ ਬਿਮਾਰ ਨੇ, ਉਹ ਤਾਂ ਅੱਜ ਕੱਲ ਦੇ ਗਾਣੇ ਵਜਾਣੇ ਨੂੰ ਮੇਰਾ ਖਿਆਲ ਸ਼ੋਰ ਸ਼ਰਾਬਾ ਹੀ ਕਹਿਣਗੇ। ਗਾਣਾ ਵਜਾਣਾ ਤਾਂ ਅੱਜ ਕੱਲ ਰਹਿ ਨਹੀਂ ਗਿਆ, ਕਿਉਂਕਿ ਗਾਣਾ ਵਜਾਣਾ ਤਾਂ ਉਹ ਹੁੰਦਾ ਸੀਗਾ ਜਦੋਂ ਤੁਸੀਂ ਪਰਿਵਾਰ 'ਚ ਬੈਠ ਕੇ ਗਾਣਾ ਸੁਣਦੇ ਸੀਗੇ। ਹੁਣ ਤਾਂ ਗਾਣਾ ਜਦੋਂ ਕੋਈ ਫੋਨ ਤੇ ਚੱਲ ਰਿਹਾ ਹੋਵੇ ਜਾਂ ਉਹਦਾ ਵੀਡੀਓ ਦੇਖ ਲੈਂਦੇ ਆ ਤੁਸੀਂ, ਫਿਲਮਾਂਕਣ ਦੇਖ ਲੈਂਦੇ ਆ, ਫਿਰ ਸੱਜੇ ਖੱਬੇ ਦੇਖਣਾ ਪੈਂਦਾ ਹੈ ਕੌਣ ਬੈਠਾ ਤੁਹਾਡੇ ਕੋਲ, ਇੰਨੀ ਸ਼ਰਮ ਆਉਂਦੀ ਹੈ। ਤੇ ਹੁਣ ਗਾਣਾ ਵਜਾਣਾ ਤਾਂ ਡਰ ਹੀ ਲੱਗਦਾ ਆ। ਸਾਬਰ ਕੋਟੀ ਸਾਹਿਬ ਦੇ ਕਿਸੇ ਵੀ ਇੱਕ ਬਹੁਤ ਮਕਬੂਲ ਗੀਤ ਦੇ ਬੋਲ ਹੋ ਜਾਣ। ਗਾਣਾ ਇੱਕ ਡੈਡੀ ਦਾ ਮੈਨੂੰ ਬਹੁਤ ਪਸੰਦ ਹੈ, ਔਰ ਮਜ਼ੇ ਦੀ ਗੱਲ ਇਹ ਹੈ ਕਿ ਇਸ ਗਾਣੇ ਨੂੰ ਬੁਰਾ ਕਹਿਣ ਵਾਲਾ ਘਰ ਦੇ ਵਿੱਚ ਮੈਂ ਹੀ ਸੀ ਇਕੱਲਾ ਜਦੋਂ ਇਹ ਗਾਣਾ ਬਣ ਰਿਹਾ ਸੀਗਾ। ਅੱਛਾ। ਔਰ ਜਦੋਂ ਮੈਨੂੰ ਡੈਡੀ ਨੇ ਸੁਣਾਇਆ ਵੀ ਬੇਟਾ ਕਿੱਦਾਂ ਲੱਗਾ ਤੈਨੂੰ ਗਾਣਾ, ਉਦੋਂ ਹੰਝੂ ਐਲਬਮ ਪੂਰੀ ਸੁਣਾਈ ਉਹਨਾਂ ਨੇ ਮੈਨੂੰ, ਪਰ ਉਹ ਸਿਰਫ ਇੱਕ ਡੈਮੋ ਸੀਗਾ। ਤੇ ਮੈਂ ਸੁਣਿਆ ਤੇ ਮੈਂ ਕਿਹਾ ਜੀ ਠੀਕ ਹੈ ਜੀ, ਸਾਰੇ ਗਾਣੇ ਮੈਂ ਕਿਹਾ ਬਹੁਤ ਅੱਛੇ ਆ ਜੀ। ਮੈਂ ਕਿਹਾ ਜੀ ਆਹ ਗਾਣਾ ਨਹੀਂ ਮੈਨੂੰ ਚੰਗਾ ਲੱਗਦਾ, ਇਹ ਰੜਕਦਾ ਮੈਨੂੰ ਬਹੁਤ। ਕਹਿੰਦੇ ਬੇਟਾ ਇੰਨੇ ਸਾਲਾਂ ਦਾ ਤਜਰਬਾ ਹੈ, ਚੱਲ ਤੂੰ ਇੱਕ ਮੈਂ ਐਜ਼ ਏ ਤੈਨੂੰ ਸਰੋਤਾ ਲੈ ਰਿਹਾ ਆ, ਐਜ਼ ਏ ਸਰੋਤਾ ਤੈਨੂੰ ਕੀ ਲੱਗਦਾ? ਮੈਂ ਕਿਹਾ ਜੀ ਗਾਣਾ ਮੈਨੂੰ ਨਹੀਂ ਚੰਗਾ ਲੱਗਦਾ। ਕਹਿੰਦੇ ਕੋਈ ਨਹੀਂ ਬੇਟਾ ਨੂੰ ਬਣ ਲੈਂਦੇ ਫਿਰ ਕਰੀ ਗੱਲ। ਜਦੋਂ ਗਾਣਾ ਬਣ ਕੇ ਆਇਆ ਉਦੋਂ ਮੇਰੇ ਕੋਲ ਵਾਕਮੈਨ ਸੀਗਾ ਨਵਾਂ ਕੈਸਟ ਵਾਲਾ, ਔਰ ਮੇਰਾ ਖਿਆਲ 5-6 ਕੈਸਟਾਂ ਮੈਂ ਉਹੀ ਗਾਣਾ ਰਿਪੀਟ ਤੇ ਚਲਾ ਕੇ ਕੈਸਟਾਂ ਖਰਾਬ ਕੀਤੀਆਂ। ਤਾਂ ਉਹ ਮੈਂ ਗਾਣਾ ਥੋੜਾ ਜਿਹਾ ਸਾਂਝਾ ਕਰਨਾ ਤੁਹਾਡੇ ਨਾਲ ਸੀਗਾ। ਜੇ ਅੱਗ ਲਾਇਆ ਹੀ ਸੜਨੀ ਸੀ, ਤੇਰੇ ਖਤਾਂ ਨਾਲ ਸੜ ਜਾਣੀ ਸੀ,
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੀ ਫੋਟੋ ਨਾਲ ਹੜ ਜਾਣੀ ਸੀ। ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ ਹੈ। ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ, ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ, ਜਿਹਦੇ ਵਿੱਚ ਤੇਰੀ ਯਾਦ ਬਹੁਤ ਖੂਬ। ਕੀ ਬਾਤ ਦਿਲ ਹੈ। ਕੱਢ ਕੇ ਸੁੱਟਣਾ। ਤੇ ਇਹ ਗਾਣਾ ਵੈਸੇ ਪਹਿਲਾਂ ਕਿਉਂ ਰੜਕਿਆ ਸੀ? ਕਿਉਂਕਿ ਇਹ ਤਾਂ ਆਪਣੇ ਆਪ 'ਚ ਬੇਹੱਦ ਖੂਬਸੂਰਤ ਗਾਣਾ। ਦਰਅਸਲ ਮੈਨੂੰ ਇੰਨੀ ਸਮਝ ਨਹੀਂ ਸੀ ਉਸ ਟਾਈਮ। ਇਸ ਟਾਈਮ ਉਸ ਵਕਤ ਕੀ ਸੀਗਾ, ਉਸ ਟਾਈਮ ਨਿਆਣਮਤ ਸੀਗੀ। ਕਈ ਗੱਲਾਂ ਡੈਡੀ ਸਮਝਾ ਦਿੰਦੇ ਸੀਗੇ ਸਾਨੂੰ, ਪਰ ਉਹ ਕਹਿੰਦੇ ਨਾ ਕਿ ਇੱਕ ਪਿਛਲੇ ਪਾਸੇ ਦਿਮਾਗ ਦੇ ਸੁੱਟਦੀ ਸੀ ਗੱਲ, ਕੋਈ ਨਹੀਂ ਚਲ ਡੈਡੀ ਹੈ, ਕੋਈ ਨਹੀਂ, ਇਹਨਾਂ ਦੀ ਆਦਤ ਹੈ ਐਵੇਂ ਭਾਸ਼ਣ ਦੇਈ ਜਾਣਾ। ਲੇਕਿਨ ਅੱਜ ਜਦੋਂ ਉਹਨਾਂ ਗੱਲਾਂ ਨੂੰ ਯਾਦ ਕਰਦਾ ਮੈਂ, ਪੁਰਾਣੀਆਂ ਗੱਲਾਂ ਜਦੋਂ ਫਿਰਦੇ ਤੁਰਦੇ ਦਿਮਾਗ 'ਚ ਗੱਲਾਂ ਆ ਜਾਂਦੀਆਂ, ਫਿਰ ਅਫਸੋਸ ਹੁੰਦਾ ਬਹੁਤ ਯਾਰ ਕਿ ਕਾਸ਼ ਕਿਤੇ ਯਾਰ ਉਦੋਂ ਇਸ ਗੱਲ ਨੂੰ ਮੈਂ ਸਮਝ ਲਿਆ ਹੁੰਦਾ ਤੇ ਪਤਾ ਨਹੀਂ ਕੀ ਇਹਦਾ ਅਸਰ ਹੁੰਦਾ ਹੁਣ ਜ਼ਿੰਦਗੀ 'ਚ। ਮਾਪਿਆਂ ਦੀ ਕੱਲੀ ਕੱਲੀ ਗੱਲ ਚੇਤੇ ਹੀ ਉਦੋਂ ਆਉਂਦੀ ਜਦੋਂ ਦੁਨੀਆ ਤੇ ਨਹੀਂ ਰਹਿੰਦੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਫਿਰ ਇਉਂ ਲੱਗਦਾ ਵੀ ਯਾਰ ਮੈਂ ਇਉਂ ਵੀ ਉਹਨਾਂ ਦੀ ਸੇਵਾ ਕਰ ਲੈਂਦਾ, ਬਿਲਕੁਲ ਮੈਂ ਆ ਵੀ ਉਹਨਾਂ ਦੀ ਗੱਲ ਮੰਨ ਲੈਂਦਾ। ਫਿਰ ਚਿੱਤ ਕਰਦਾ ਵਾਰ-ਵਾਰ ਇਹ ਕਬੂਲ ਕਰੀਏ ਕਿ ਮੈਂ ਗਲਤ ਸੀ। ਅਕਸਰ ਟਹਿਣਾ ਸਾਹਿਬ ਉਹ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਹੁਣ ਵੀ ਮੈਂ ਜਦੋਂ ਕੋਈ ਗੱਲ ਯਾਦ ਕਰਦਾ ਮੈਂ ਭਾਵੁਕ ਹੋ ਜਾਣਾ। ਅਕਸਰ ਉਹ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਬੇਟਾ ਜਦੋਂ ਸਾਡੇ ਕੋਲ ਕੋਈ ਚੀਜ਼ ਹੁੰਦੀ ਹੈ ਨਾ, ਸਾਨੂੰ ਪਤਾ ਹੁੰਦਾ ਕਿ ਆਹ ਚੀਜ਼ ਸਾਡੀ ਹੈ ਯਾਰ, ਅਸੀਂ ਬੜੇ ਬੇਫਿਕਰੇ ਜਿਹੇ ਸੁਭਾਅ ਦੇ ਹੋ ਜਾਂਦੇ ਹਾਂ। ਲੇਕਿਨ ਜਦੋਂ ਉਹ ਚੀਜ਼ ਸਾਡੇ ਕੋਲ ਨਹੀਂ ਰਹਿੰਦੀ ਫਿਰ ਅਸੀਂ ਉਹਨੂੰ ਲੱਭਦੇ ਹਾਂ, ਅਸੀਂ ਉਹਨੂੰ ਕਮਲੇ ਹੋ ਜਾਂਦੇ ਹਾਂ ਲੱਭ ਕੇ, ਪਰ ਉਹ ਤਾਂ ਚਲੇ ਜਾਂਦੀ ਹੈ ਹੱਥੋਂ। ਇਸ ਕਰਕੇ ਉਹ ਅਕਸਰ ਕਹਿੰਦੇ ਹੁੰਦੇ ਸੀ ਵੀ ਬੇਟਾ ਜਦੋਂ ਕੋਈ ਚੀਜ਼ ਕੋਲ ਹੋਵੇ ਨਾ ਉਦੋਂ ਸੰਭਾਲ ਲਈਦੀ ਹੈ, ਉਹ ਬਾਅਦ 'ਚ ਨਹੀਂ ਪਤਾ ਹੁੰਦਾ ਕਿੱਥੇ ਕੀ ਹੋਣਾ ਹੈ। ਬਾਈ ਜੀ ਇਹ ਦੱਸੋ ਕਿ ਤੁਸੀਂ ਨਾ ਕਈ ਵਾਰੀ ਮੈਨੂੰ ਤਾਂ ਦੱਸਿਆ, ਜੀ ਆਪਾਂ ਜਦੋਂ ਪਹਿਲਾਂ ਵੀ ਕੈਮਰੇ ਦੇ ਮੂਹਰੇ ਆਉਣ ਤੋਂ ਪਹਿਲਾਂ ਗੱਲਾਂ ਸਾਂਝੀਆਂ ਕਰਦੇ ਸੀ, ਜੀ ਜੀ ਸਾਬਰਕੋਟੀ ਸਾਹਿਬ ਦਾ ਆਖਰੀ ਵੇਲਾ ਕਿਹੋ ਜਿਹਾ ਸੀਗਾ? ਉਹ ਬਹੁਤ ਸੁਪਰਸਟਾਰ ਰਹੇ, ਬਹੁਤ ਮਕਬੂਲ ਰਹੇ, ਜੀ ਬਹੁਤ ਸਾਰੇ ਪ੍ਰੋਗਰਾਮ ਲਾਉਂਦੇ ਰਹੇ, ਜੀ ਲਗਾਤਾਰ ਹਿੱਟ ਤੇ ਹਿੱਟ ਗਾਣੇ ਗਾਉਂਦੇ ਰਹੇ, ਜੀ ਬਾਕਮਾਲ। ਪਰ ਆਖਰੀ ਵੇਲਾ ਸਿਰਫ ਤੁਸੀਂ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਵੇਖਿਆ, ਜੀ ਸੇਵਾ ਕੀਤੀ। ਗੱਲ ਕੀ ਬਣ ਗਈ? ਸਾਡੇ ਬਹੁਤ ਸਾਰੇ ਦਰਸ਼ਕ ਜਾਣਨਾ ਚਾਹੁੰਦੇ ਹੋਣਗੇ ਵੀ ਮੌਤ ਤਾਂ ਨਿਸ਼ਚਿਤ ਹੀ ਆ, ਇਹ ਨਹੀਂ ਪਤਾ ਅਗਲੇ ਪਲ ਦੇ ਵਿੱਚ ਮੈਨੂੰ ਕੀ ਹੋ ਜਾਣਾ, ਪਰ ਕਿਹੋ ਜਿਹਾ ਆਖਰੀ ਵੇਲਾ ਸੀ ਤੇ ਕੀ ਕਾਰਨ ਸੀ? ਕਾਰਨ ਬਹੁਤ ਸਾਰੇ ਸੀਗੇ ਜੀ, ਕਿਉਂਕਿ ਇੱਕ ਜਿਹੜੀ ਉਹਨਾਂ ਦੀ ਸਭ ਤੋਂ ਚੰਗੀ ਆਦਤ ਸੀਗੀ ਉਹੀ ਉਹਨਾਂ ਦੀ ਸਭ ਤੋਂ ਮਾੜੀ ਆਦਤ ਸੀ ਕਿ ਉਹਨਾਂ ਨੇ ਨਾ ਕਦੀ ਸਾਡੇ ਨਾਲ, ਨਾ ਕਦੀ ਦੁਨੀਆਦਾਰੀ 'ਚ ਉਹਨਾਂ ਨੇ ਕਦੀ ਦਿਮਾਗ ਦੀ ਵਰਤੋਂ ਨਹੀਂ ਕੀਤੀ। ਜਿਹਨੂੰ ਪਿਆਰ ਕੀਤਾ ਦਿਲੋਂ ਕੀਤਾ, ਜਿਹਦੇ ਲਈ ਕੀਤਾ ਦਿਲੋਂ ਕੀਤਾ, ਔਰ ਇਹੀ ਉਹਨਾਂ ਦੀ ਚੰਗੀ ਆਦਤ ਸੀ, ਇਹੀ ਮਾੜੀ ਆਦਤ ਸੀ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਆ ਤੁਹਾਨੂੰ ਉਹਦੀਆਂ ਮਾੜੀਆਂ ਗੱਲਾਂ, ਖਾਮੀਆਂ ਉਹਦੀਆਂ ਕਿਸੇ ਵੀ ਇਨਸਾਨ ਦੀਆਂ ਨਹੀਂ ਦਿਸਦੀਆਂ। ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਯੂਜ਼ ਵੀ ਕੀਤਾ। ਇੱਕ ਉਹਨਾਂ ਦਾ ਸੁਭਾਅ ਸ਼ੁਰੂ ਤੋਂ ਇਹ ਰਿਹਾ, ਇਸ ਗੱਲ ਤੋਂ ਮੇਰਾ ਵੀ ਬਹੁਤ ਵਾਰੀ ਡੈਡੀ ਦੇ ਨਾਲ ਬਹਿਸ ਬਸਾਈ ਹੋ ਜਾਣੀ, ਮੈਂ ਗੁੱਸੇ ਆ ਜਾਂਦਾ ਸੀ, ਮੈਨੂੰ ਨਾਰਾਜ਼ ਹੋ ਜਾਂਦਾ ਸੀ ਡੈਡੀ ਤੋਂ ਮੈਂ, ਕਿ ਉਹਨਾਂ ਦੀ ਇੱਕ ਸੋਚ ਸੀ ਕਿ ਜਦੋਂ ਕੋਈ ਕੁਝ ਹੋ ਗਿਆ ਉਹਨਾਂ ਦੇ ਨਾਲ, ਮੰਨ ਲਓ ਕੋਈ ਬੰਦਾ ਧੱਕਾ ਕਰ ਗਿਆ ਜਾਂ ਕੋਈ ਬੰਦਾ ਉਹਨਾਂ ਦੇ ਨਾਲ ਧੋਖਾ ਕਰ ਗਿਆ, ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਚੱਲ ਯਾਰ ਬੇਟਾ ਕੋਈ ਨਹੀਂ ਹੋਊ, ਪਰਮਾਤਮਾ ਨੇ ਉਹਦੇ ਕਰਮ ਲਿਖਿਆ, ਕੋਈ ਨਹੀਂ, ਉਹਨੇ ਆਪਣਾ ਕਰਮ ਕਰ ਲਿਆ, ਕੋਈ ਨਹੀਂ, ਮੈਂ ਆਪਣਾ ਕਰ ਦਿੱਤਾ। ਔਰ ਬਿਮਾਰ ਇੰਨੇ ਸੀ ਨਹੀਂ ਜਿੰਨੇ ਲੋਕਾਂ ਨੇ ਉਹਨਾਂ ਨੂੰ ਜਿੰਨਾ ਕਹਿ ਕੇ ਕਰ ਦਿੱਤਾ। ਕੁਝ ਲੋਕਾਂ ਨੇ ਉਹਨਾਂ ਦੇ ਨਾਲ ਧੋਖੇ ਇਦਾਂ ਦੇ ਕਰ ਦਿੱਤੇ, ਉਹਨਾਂ ਨੇ ਉਹ ਗੱਲਾਂ ਮਨ ਦੇ ਉੱਤੇ ਲਗਾ ਲਈਆਂ। ਔਰ ਵੈਸੇ ਵੀ 2015 ਦੇ ਵਿੱਚ ਮੇਰਾ ਖਿਆਲ ਜ਼ਿਆਦਾ ਸ਼ੁਰੂਆਤ ਹੋਈ ਉਹਨਾਂ ਦੇ ਬਿਮਾਰ ਹੋਣ ਦੀ। ਇੱਕ ਬੰਦਾ ਸਰੀਰਕ ਪੱਖੋਂ ਬਿਮਾਰ ਹੋ ਜਾਵੇ ਉਹ ਠੀਕ ਹੋ ਸਕਦਾ ਜਿੰਨਾ ਚਿਰ ਤੁਹਾਡਾ ਮਨ ਮਜ਼ਬੂਤ ਅੰਦਰੋਂ, ਲੇਕਿਨ ਜਦੋਂ ਤੁਹਾਡਾ ਮਨ ਹੀ ਅੰਦਰੋਂ ਡਿਸਟਰਬ ਹੋ ਗਿਆ, ਤੁਹਾਡਾ ਅੰਦਰੋਂ ਦਿਲ ਹੀ ਟੁੱਟ ਗਿਆ, ਫਿਰ ਸਰੀਰ ਉੱਥੇ ਕੀ ਕਰੇਗਾ। ਉਹਨਾਂ ਨੇ ਧੋਖੇ ਬਹੁਤ ਖਾਦੇ, ਬਹੁਤ ਸਾਰਾ ਇਹ ਕਹਿ ਲਓ ਵੀ ਦੁੱਖ ਸੀਗਾ ਉਹਨਾਂ ਦੇ ਅੰਦਰ। ਆਖਰੀ ਸਮੇਂ ਦੇ ਵਿੱਚ ਥੋੜ੍ਹਾ ਬਹੁਤ ਉਹਨਾਂ ਨੇ ਸਾਂਝਾ ਵੀ ਕੀਤਾ ਤੁਹਾਡੇ ਨਾਲ ਜੀ, ਕਿਉਂਕਿ ਜਦੋਂ ਹਸਪੀਟਲ ਦੇ ਵਿੱਚ ਸੀਗੇ ਉਹ ਜੀ, ਮੇਰੀ ਇੱਕ ਡਿਊਟੀ ਹੁੰਦੀ ਸੀਗੀ। ਮੈਨੂੰ ਡਾਕਟਰ ਸਾਹਿਬ ਨੇ ਇੱਕੋ ਗੱਲ ਸਮਝਾਈ ਸੀਗੀ, ਕਹਿੰਦੇ ਕਿ ਬੇਟਾ ਇਹ ਫਿਜ਼ੀਕਲੀ ਇਹਨਾਂ ਨੂੰ ਵੀਕਨੈਸ ਹੈ, ਬਿਮਾਰ ਨਹੀਂ ਹੈ, ਕਮਜ਼ੋਰੀ ਹੈ, ਇਹਨੂੰ ਆਪਾਂ ਬਿਮਾਰ ਨਹੀਂ ਕਹਿ ਸਕਦੇ, ਲੇਕਿਨ ਇਹਨਾਂ ਦੇ ਅੰਦਰ ਕੋਈ ਇਹੋ ਜਿਹੀ ਗੱਲ ਚੱਲ ਰਹੀ ਹੈ ਜੋ ਇਹਨਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ, ਖਾ ਰਹੀ ਹੈ, ਇਹਨਾਂ ਨੂੰ ਉਸ ਚੀਜ਼ ਚੋਂ ਬਾਹਰ ਕੱਢੋ। ਤੇ ਮੈਂ ਸਾਰੀ ਰਾਤ ਜਾਗਦਾ ਰਹਿਣਾ, ਮੈਂ ਕਦੀ ਫੋਨ ਤੇ ਕੋਈ ਗਜ਼ਲ ਚਲਾ ਦੇਣੀ, ਕੋਈ ਗਾਣਾ ਚਲਾ ਦੇਣਾ, ਸਾਰੀ ਰਾਤ ਕਦੀ ਪੈਰਾਂ ਤੇ ਮਾਲਿਸ਼ ਕਰੀ ਜਾਣੀ, ਹੱਥਾਂ ਤੇ ਕਰੀ ਜਾਣੀ, ਆਵਾਗੁਣ ਗੱਲਾਂ ਕਰੀ ਜਾਣੀਆਂ ਇੱਧਰ ਉੱਧਰ ਦੀਆਂ, ਕਿ ਉਹਨਾਂ ਦਾ ਧਿਆਨ ਜਿਹੜਾ ਆ
ਉਹਨਾਂ ਗੱਲਾਂ ਵੱਲ ਨਾ ਜਾਵੇ ਜਿਹਦਾ ਕਰਕੇ ਉਹਨਾਂ ਨੂੰ ਤਕਲੀਫ ਹੋਵੇ। ਜੀ ਕਿਸੇ ਟਾਈਮ ਕੀ ਹੁੰਦਾ ਸੀਗਾ, ਕਿਸੇ ਟਾਈਮ ਅਸੀਂ ਬੈਠੇ ਹੁੰਦੇ ਸੀਗੇ, ਨਾਰਮਲੀ ਮੈਂ ਗੱਲ ਕਰ ਰਿਹਾ ਹੁੰਦਾ ਸੀ ਉਹਨਾਂ ਦੇ ਨਾਲ, ਗੱਲ ਕਰਦੇ ਕਰਦੇ ਅਚਾਨਕ ਭਾਵਕ ਹੋ ਜਾਂਦੇ ਸੀਗੇ ਤੇ ਮੈਂ ਬਹੁਤ ਪੁੱਛਣਾ ਉਹਨਾਂ ਨੂੰ, ਡੈਡੀ ਕੀ ਸੋਚਦੇ ਰਹਿੰਦੇ ਆ ਤੁਸੀਂ, ਹੁਣ ਠੀਕ ਹੋ ਜਾਓ, ਕੁਝ ਨਹੀਂ ਹੋਇਆ, ਜੋ ਹੋਣਾ ਸੀ ਹੋ ਗਿਆ, ਛੱਡੋ। ਲਾਈਫ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਡੈਡੀ, ਤੁਸੀਂ ਆਪੇ ਹੀ ਸਾਨੂੰ ਸਮਝਾਉਂਦੇ ਆ। ਜੇ ਤੁਸੀਂ ਇੰਨੇ ਮਜ਼ਬੂਤ ਹੋਣ ਦੇ ਬਾਵਜੂਦ ਤੁਸੀਂ ਇਦਾਂ ਸਾਡੇ ਸਾਹਮਣੇ ਕਰੋਗੇ, ਅਸੀਂ ਤਾਂ ਕੱਲ ਦੇ ਨਿਆਣੇ ਆ, ਸਾਡਾ ਕੀ ਬਣੂਗਾ ਅੱਗੇ। ਮੈਂ ਇਦਾਂ ਦੀਆਂ ਮਤਲਬ ਹੌਸਲੇ ਦੀਆਂ ਗੱਲਾਂ ਕਰਦਾ ਰਹਿੰਦਾ ਸੀ ਉਹਨਾਂ ਦੇ ਨਾਲ, ਪਰ ਕੁਝ ਕੁ ਲੋਕਾਂ ਨੇ ਇਦਾਂ ਦੇ ਜ਼ਖਮ ਦੇ ਦਿੱਤੇ ਸੀ ਉਹਨਾਂ ਨੂੰ ਕਿ ਜੋ ਮੇਰਾ ਖਿਆਲ ਉਹ ਸਹਾਰ ਨਹੀਂ ਪਾਏ। ਫਿਰ ਜਦੋਂ ਉਹ ਠੀਕ ਸੀਗੇ, ਉਦੋਂ ਮੇਲਾ ਲੱਗਿਆ ਰਹਿੰਦਾ ਸੀਗਾ ਘਰ ਦੇ ਵਿੱਚ, ਬਹੁਤ ਲੋਕ ਆਉਂਦੇ ਸੀਗੇ। ਮੈਨੂੰ ਜਦੋਂ ਕਿਸੇ ਦੇ ਨਾਲ ਮਿਲਾਉਂਦੇ ਸੀਗੇ, ਮੈਂ ਪੁੱਛਦਾ ਸੀ, ਮੈਂ ਕਿਹਾ ਜੀ ਡੈਡੀ ਇਹ ਕਿੱਥੋਂ ਨੇ, ਇਹ ਤੇਰੇ ਚਾਚਾ ਜੀ ਲੱਗਦੇ ਆ, ਇਹ ਗੁਰਦਾਸਪੁਰ ਤੋਂ ਨੇ, ਇਹ ਫਲਾਣੇ ਜੀ ਅੰਮ੍ਰਿਤਸਰ ਤੋਂ ਨੇ, ਅੰਬਾਲਾ ਤੋਂ ਨੇ। ਲੇਕਿਨ ਜਦੋਂ ਬਿਮਾਰ ਹੋਣਾ ਸ਼ੁਰੂ ਹੋਏ ਫਿਰ ਓਬਵੀਅਸਲੀ ਸਾਰਿਆਂ ਦਾ ਆਉਣਾ ਜਾਣਾ ਘਟ ਗਿਆ, ਔਰ ਉਹ ਲੇਟ ਕੇ ਸੀਸੀਟੀਵੀ ਕੈਮਰਾ ਦੇਖਦੇ ਰਹਿੰਦੇ ਸੀਗੇ ਵੀ ਯਾਰ ਕੋਈ ਆਊਗਾ ਮੇਰਾ ਪਤਾ ਲੈਣ, ਮੈਨੂੰ ਮਿਲਣ ਆਊਗਾ। ਇਹਨਾਂ ਚੀਜ਼ਾਂ ਦਾ ਵੀ ਕਾਫੀ ਅਸਰ ਹੋਇਆ ਉਹਨਾਂ ਦੇ ਬ੍ਰੇਨ ਦੇ ਉੱਤੇ। ਤਾਂ ਫਿਰ ਬਾਕੀ ਤੁਸੀਂ ਜਾਣਦੇ ਹੀ ਹੋ। ਕੋਈ ਇੱਕ ਗੱਲ ਜਿਹੜੀ ਦਿਲ ਦੀ ਉਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੋਈ, ਜੇਕਰ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ, ਜਿਸ ਗੱਲ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਅੰਦਰੋਂ ਤੰਗ ਕੀਤਾ। ਕਈ ਗੱਲਾਂ ਜ਼ਿੰਦਗੀ ਦੀ ਪਰਦੇਦਾਰੀ ਵਾਲੀਆਂ ਹੁੰਦੀਆਂ, ਉਹ ਸਾਡਾ ਪੁੱਛਣਾ ਕੋਈ ਹੱਕ ਨਹੀਂਗਾ, ਪਰ ਜੇਕਰ ਕੋਈ ਜਨਤਕ ਕਰਨ ਵਾਲੀ ਹੈ ਤਾਂ ਕਈ ਗੱਲਾਂ ਨੇ ਇਦਾਂ ਦੀਆਂ, ਪਰ ਇਹ ਹੈ ਕਿ ਜੇ ਆਪਾਂ ਉਹ ਗੱਲਾਂ ਕਰਨ ਬਹਿ ਜਾਾਂਗੇ ਤਾਂ ਮੇਰਾ ਖਿਆਲ ਪ੍ਰੋਗਰਾਮ ਦਾ ਐਪੀਸੋਡ ਬਹੁਤ ਲੰਬਾ ਹੋ ਜਾਏਗਾ। ਗੱਲਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਸਮਝਾਈ ਕਿ ਬੇਟਾ ਦੇਖੋ, ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਇਨਸਾਨ ਨੇ ਤੈਨੂੰ ਮਿਲਣਾ ਹੈ, ਚੋਣ ਤੂੰ ਕਰਨੀ ਹੈ ਕਿ ਇਹਦੇ ਨਾਲ ਮੈਂ ਕਿੰਨੀ ਦੇਰ ਆਪਣਾ ਰਿਸ਼ਤਾ ਰੱਖਣਾ ਹੈ, ਕਿੰਨਾ ਫਾਸਲਾ ਬਣਾ ਕੇ ਰੱਖਣਾ ਹੈ। ਕਹਿੰਦੇ ਉਹਨਾਂ ਨੇ ਇਹ ਗੱਲ ਸਮਝਾਈ, ਕਹਿੰਦੇ ਕਿ ਬੇਟਾ ਦੇਖ ਮੈਂ ਬਹੁਤ ਕੰਮ ਕੀਤਾ, ਔਰ ਉਹਨਾਂ ਨੇ ਇਹ ਦੱਸਿਆ ਮੈਨੂੰ ਕਿ ਇੰਨਾ ਕੰਮ ਕੀਤਾ ਕਿ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 4-4 ਪ੍ਰੋਗਰਾਮ ਵੀ ਕੀਤੇ ਆ। ਪਰ ਉਹਨਾਂ ਨੇ ਮੈਨੂੰ ਇੱਕੋ ਗੱਲ ਸਮਝਾਈ ਕਿ ਬੇਟਾ ਇੱਕ ਤਾਂ ਦਿਲ ਸਾਫ਼ ਰੱਖਣਾ, ਔਰ ਸਵੇਰੇ ਸ਼ਾਮ ਜਦੋਂ ਅੱਖ ਖੁੱਲਣੀ ਹੈ ਤੇਰੀ, ਸੌਂ ਕੇ ਜਦੋਂ ਉੱਠੇਗਾ, ਰੱਬ ਦਾ ਧੰਨਵਾਦ ਕਰਨਾ ਆ ਕਿ ਉਹ ਤੈਨੂੰ ਰੋਜ਼ ਇੱਕ ਨਵਾਂ ਦਿਨ ਦਿੰਦਾ ਆ ਦੇਖਣ ਲਈ, ਰੱਬ ਨੂੰ ਕਦੀ ਨਹੀਂ ਕੋਸਣਾ। ਦੂਸਰੀ ਗੱਲ, ਗਾਣਾ ਵਜਾਣਾ ਜਿਹੜਾ ਆ ਇਹਨੂੰ ਇਬਾਦਤ ਸਮਝਣਾ ਆ। ਜੇ ਤੁਸੀਂ ਇਹਨੂੰ ਹੋਰ ਤਰੀਕੇ ਨਾਲ ਲੈਣ ਲੱਗ ਜਾਓਗੇ ਨਾ, ਫਿਰ ਰੱਬ ਜਿਹੜਾ ਆ ਉਹ ਫਿਰ ਰਹਿਮਤਾਂ ਤੁਹਾਡੇ ਕੋਲ ਪਿੱਛੇ ਲੈ ਲੈਂਦਾ ਆ। ਫਿਰ ਗਾਣਾ ਵਜਾਣਾ ਜਿਹੜਾ ਆ ਉਹ ਤਾਂ ਹੈ ਹੀ ਫਕੀਰਾਂ ਦੇ ਆਸ਼ੀਰਵਾਦ ਦੇ ਨਾਲ ਹੁੰਦਾ ਆ, ਲੋਕਾਂ ਦੇ ਪਿਆਰ ਨਾਲ ਹੁੰਦਾ। ਜੇ ਲੋਕ ਪਿੱਛੇ ਹਟ ਜਾਣਗੇ ਫਿਰ ਤੁਸੀਂ ਕੁਝ ਨਹੀਂ ਹੈ। ਜਿਹੜੀਆਂ ਅਫਵਾਹਾਂ ਚੱਲ ਪਈਆਂ ਸੀ ਉਹਨਾਂ ਦੀ ਮੌਤ ਦੇ ਵੇਲੇ ਕਿ दारू ਬਹੁਤ ਪੀਂਦੇ ਸੀ, ਹਾਲਾਂਕਿ ਮੈਂ ਚਾਹੁੰਦਾ ਸ਼ੰਕਾ ਨਿਵਰਤੀ ਹੋ ਜੇ, ਸਾਨੂੰ ਨਹੀਂ ਕੋਈ ਇਦਾਂ ਦੀ ਕੋਈ ਸਵਾਲ ਕਰਨ ਦੀ ਤਲਬ ਨਹੀਂ ਇਹ, ਪਰ ਸ਼ੰਕਾ ਨਿਵਰਤੀ ਹੋਣੀ ਚਾਹੀਦੀ ਦਰਸ਼ਕਾਂ ਦੀ ਵੀ ਉਹ दारू ਬਹੁਤ ਪੀਣ ਲੱਗ ਪਏ ਸੀ, दारू ਪੀਣ ਕਰਕੇ ਲੀਵਰ ਖਰਾਬ ਹੋ ਗਿਆ, ਸਿਹਤ ਬਹੁਤ ਮਾੜੀ ਹੋ ਗਈ, ਕਈ ਤਰ੍ਹਾਂ ਦੇ ਇਹੋ ਜਿਹੇ ਰੋਗਾਂ ਨੇ ਜਕੜ ਲਿਆ ਉਹਨਾਂ ਨੂੰ ਜਿਹੜੇ ਦੱਸੇ ਨਹੀਂ ਜਾ ਸਕਦੇ। ਸੋ ਇਦਾਂ ਦੀਆਂ ਗੱਲਾਂ ਸੱਚੀਆਂ ਸੀ ਕਿ ਝੂਠੀਆਂ ਹੈ? ਬਹੁਤ ਸਾਰੀਆਂ ਗੱਲਾਂ ਸੀਗੀਆਂ ਜੀ ਇੱਦਾਂ ਦੀਆਂ, ਹਾਲਾਂਕਿ ਉਹ ਅਜੇ ਬਿਮਾਰ ਵੀ ਨਹੀਂ ਹੋਏ ਸੀਗੇ। ਮੇਰਾ ਖਿਆਲ ਅਸੀਂ 2012 ਜਾਂ 13 ਦੇ ਵਿੱਚ ਮੈਂ ਡੈਡੀ ਦੇ ਨਾਲ ਇੰਗਲੈਂਡ ਗਿਆ ਸੀ, ਮੈਨੂੰ ਯਾਦ ਹੈ ਚੰਗੀ ਤਰ੍ਹਾਂ। ਉੱਥੇ ਇੱਕ ਗੱਲ ਇੱਦਾਂ ਦੀ ਸੁਣਨ ਨੂੰ ਮਿਲੀ ਸੀਗੀ ਵੀ ਉਹ ਯਾਰ ਮੈਨੂੰ ਕਹਿੰਦੇ ਖਾਨ ਸਾਹਿਬ ਆ ਮੈਸੇਜ ਦੇਖ। ਮੈਂ ਕਿਹਾ ਜੀ ਕੀ? ਕਿਸੇ ਦਾ ਮੈਸੇਜ ਆਇਆ ਫ਼ੋਨ 'ਤੇ, ਮੈਂ ਦੇਖਿਆ ਮੈਸੇਜ, ਮੈਂ ਕਿਹਾ ਜੀ ਇਹ ਕੀ? ਕਹਿੰਦੇ ਯਾਰ ਲੋਕਾਂ ਦੀ ਸਮਝ ਨਹੀਂ ਲੱਗਦੀ। ਮੈਂ ਕਿਹਾ ਜੀ ਇਹ ਤਾਂ ਮੈਂ ਸੋਚੀ ਜਾਣਾ। ਮੈਸੇਜ ਦੇ ਵਿੱਚ ਕੀ ਸੀਗਾ, ਉਹਦੇ ਵਿੱਚ ਕਿਸੇ ਨੇ ਮੈਸੇਜ ਲਿਖਿਆ ਹੋਇਆ ਸੀਗਾ ਵੀ ਸਾਬਰਕੋਟੀ ਸਾਹਿਬ ਇੱਦਾਂ ਤਾਂ ਹੋ ਗਏ ਆ ਕਿ ਉਹ ਚਿੱਟਾ ਪੀਣ ਲੱਗ ਗਏ ਆ। ਤਾਂ ਡੈਡੀ ਮੇਰੇ ਵੱਲ ਦੇਖ ਕੇ ਹੱਸਣ ਲੱਗ ਗਿਆ, ਮੈਂ ਡੈਡੀ ਵੱਲ ਦੇਖ ਕੇ ਹੱਸਣ ਲੱਗ ਗਿਆ। ਮੈਂ ਕਿਹਾ ਜੀ ਇਹ ਕੀ ਜੀ, ਕੀ ਗੱਲਾਂ ਇੱਦਾਂ ਦੀਆਂ? ਕਹਿੰਦੇ ਖਾਨ ਸਾਹਿਬ ਬਥੇਰੇ ਲੋਕ ਆ, ਇਹ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ। ਹਰ ਇੱਕ ਇਨਸਾਨ ਦੀ ਇੱਕ ਆਪਣੀ ਸੋਚ ਹੁੰਦੀ ਆ ਬੇਟਾ, ਆਪਾਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ, ਕਿਸੇ ਦੀ ਜ਼ਬਾਨ ਨੂੰ ਫੜ ਨਹੀਂ ਸਕਦੇ। ਜਿਹਨੇ ਜੋ ਕਹਿਣਾ ਉਹਨੇ ਕਹਿ ਦੇਣਾ, ਔਰ ਖਾਸ ਕਰਕੇ ਇਹ ਉਸ ਬੰਦੇ ਨੇ ਕਹਿਣਾ ਜਿਹਨੇ ਮੇਰੇ ਪਰਛਾਵੇਂ ਨੂੰ ਵੀ ਨਹੀਂ ਹੱਥ ਲਾ ਕੇ ਦੇਖਿਆ। ਤਾਂ ਮੈਂ ਡੈਡੀ ਨੂੰ ਫਿਰ ਇਹ ਗੱਲ ਪੁੱਛੀ, ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਡੈਡੀ ਦੇਖੋ ਅਸੀਂ ਨਾ ਕਿਸੇ ਨੂੰ ਮਾੜਾ ਕਹਿੰਦੇ ਆ, ਨਾ ਅਸੀਂ ਕਿਸੇ ਦੇ ਬਾਰੇ ਮਾੜਾ ਸੋਚਦੇ ਆ, ਨਾ ਅਸੀਂ ਇਹ ਸੋਚਦੇ ਆ ਕਿ ਅਸੀਂ ਇਹਦੇ ਘਰ ਜਾ ਕੇ ਇਹਨੂੰ ਇੱਦਾਂ ਕਰ ਦਈਏ, ਅਸੀਂ ਇਹਨੂੰ ਪੱਟ ਦਈਏ, ਵੱਢ ਦਈਏ, ਜੋ ਵੀ ਹੈ। ਕਹਿੰਦੇ ਯਾਰ ਦੇਖ ਮੈਨੂੰ ਤਾਂ ਮੇਰੇ ਬਜ਼ੁਰਗਾਂ ਨੇ ਇੱਕੋ ਗੱਲ ਸਮਝਾਈ ਆ, ਇਹ ਤੂੰ ਵੀ ਪੱਲੇ ਬੰਨ ਲਾ ਆਪਣੇ ਬੇਟਾ, ਕਿਉਂਕਿ ਤੂੰ ਹੁਣ ਇਸ ਲਾਈਨ ਦੇ ਵਿੱਚ ਅੱਗੇ ਆਉਣਾ ਆ, ਪਿਓ ਦਾ ਨਾਮ ਸੰਭਾਲਣਾ ਆ। ਤੇ ਮੈਂ ਕਿਹਾ ਜੀ ਫਿਰ ਚਾਨਣ ਪਾਓ ਜੀ, ਮੈਂ ਕਿਹਾ ਮਾੜਾ ਜਿਹਾ ਕਿਰਪਾ ਕਰਿਓ। ਕਹਿੰਦੇ ਦਰਖਤ ਦੇਖਿਆ ਤੂੰ ਜਿਹਨੂੰ ਫਲ ਫਰੂਟ ਲੱਗੇ ਹੋਣ? ਮੈਂ ਕਿਹਾ ਜੀ ਦੇਖਿਆ ਜੀ। ਕਹਿੰਦੇ ਇੱਕ ਦਰਖਤ ਹੁੰਦਾ ਜਿਹਨੂੰ ਫਲ ਫਰੂਟ ਲੱਗੇ ਹੁੰਦੇ,
ਇੱਕ ਉੱਦਾਂ ਹੁੰਦਾ ਜਿਹੜਾ ਸਿੱਧਾ ਹੀ ਖੜਾ ਹੁੰਦਾ। ਮੈਂ ਕਿਹਾ ਠੀਕ ਹੈ ਜੀ। ਕਹਿੰਦੇ ਲੋਕ ਪੱਥਰ ਕਿਹਨੂੰ ਮਾਰਦੇ ਆ? ਫਲ ਵਾਲੇ ਨੂੰ। ਮੈਂ ਕਿਹਾ ਜੀ ਫਲ ਵਾਲੇ ਨੂੰ। ਤਾਂ ਕਹਿੰਦੇ ਫਿਰ ਦਰਖਤ ਕੀ ਕਰਦਾ? ਅੱਗੇ ਉਹ ਟਾਹਣੀ ਮਾਰਦਾ ਮੂੰਹ ਤੇ? ਮੈਂ ਕਿਹਾ ਨਹੀਂ ਜੀ। ਕਹਿੰਦੇ ਤਾਂ ਫਲ ਦਿੰਦਾ ਨਾ। ਮੈਂ ਹਾਂਜੀ। ਕਹਿੰਦੇ ਇਦਾਂ ਹੀ ਹੁੰਦਾ, ਜਿਹੜੇ ਦਰਖਤ ਨੂੰ ਫਲ ਲੱਗਣਗੇ ਨਾ ਪੱਥਰ ਉਹਦੇ ਹੀ ਪੈਂਦਾ ਹੁੰਦਾ। ਕੋਈ ਗੱਲ ਨਹੀਂ, ਉਹਨਾਂ ਨੂੰ ਆਪਣਾ ਕਰਮ ਕਰ ਲੈਣ ਦਿਓ, ਆਪਾਂ ਆਪਣਾ ਕਰੀ ਜਾਣਾ। ਬਹੁਤ ਖੂਬ। ਆਪਾਂ ਨਾ ਗੱਲਬਾਤ ਜਾਰੀ ਰੱਖਾਂਗੇ, ਪਹਿਲਾਂ ਨਿੱਕਾ ਜਿਹਾ ਵਕਫਾ ਲੈ ਲਈਏ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਈ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਐਲੈਕਸ ਕੋਟੀ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਬਿਲਕੁਲ ਬਾਈ ਜੀ, ਜਦੋਂ ਸਾਬਰ ਕੋਟੀ ਸਾਹਿਬ ਦੁਨੀਆ ਦੇ ਉੱਤੇ ਨਹੀਂ ਰਹੇ ਜੀ, ਤਾਂ ਫਿਰ ਜਿਹੜੇ ਉਹਨਾਂ ਦੇ ਮਿੱਤਰ ਬੇਲੀ ਤੁਸੀਂ ਕਿਹਾ ਵੀ ਆਉਣੇ ਬੰਦ ਹੋ ਗਏ ਜੀ, ਤੇ ਕਦੇ ਕਿਸੇ ਨਾ ਕਿਸੇ ਨੂੰ ਤੁਸੀਂ ਉਲਾਂਭਾ ਦਿੱਤਾ ਵੀ ਯਾਰ ਔਰਤ ਤੁਸੀਂ ਫਰਸ਼ ਨੀਵੀਂ ਕਰ ਦਿੰਦੇ ਸੀ, ਪਰ ਹੁਣ ਵੀ ਕਦੇ ਕਦੇ ਮਾੜਾ ਮੋਟਾ ਆ ਜਾਇਆ ਕਰੋ। ਨਹੀਂ ਉਹਨਾਂ ਨੂੰ ਤਾਂ ਖੈਰ ਕੀ ਕਹਿਣਾ ਜੀ। ਦੇਖੋ ਜਿਹੜੇ ਉਸ ਟਾਈਮ ਸੀਗੇ, ਉਸ ਟਾਈਮ ਡੈਡੀ ਹੁਣੀ ਨਾਲ ਸੀਗੇ ਸਾਡੇ। ਮੈਨੂੰ ਤਾਂ ਇੱਕੋ ਗੱਲ ਕਿਸੇ ਬਜ਼ੁਰਗ ਨੇ ਸਾਡੇ ਨੇ ਕਹੀ ਸੀਗੀ, ਮੈਂ ਉਹਨਾਂ ਦੇ ਨਾਲ ਗੱਲ ਕੀਤੀ ਇਸ ਮੈਟਰ ਤੇ। ਮੈਂ ਕਿਹਾ ਜੀ ਜਦੋਂ ਡੈਡੀ ਸੀਗੇ ਉਦੋਂ ਸਾਰੇ ਹੀ ਨਾਲ ਫਿਰਦੇ ਸੀ ਮੇਰੇ। ਮੈਂ ਕਿਹਾ ਜੀ ਹੁਣ ਸਾਰਿਆਂ ਦੀ ਨਿਗਾਹ ਬਦਲ ਗਈ, ਰਿਸ਼ਤੇ ਹੀ ਬਦਲ ਗਏ। ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ, ਕਹਿੰਦੇ ਬੇਟਾ ਇਹ ਦੁਨੀਆਦਾਰੀ ਜਿਹੜੀ ਹੈ ਨਾ ਉਦੋਂ ਤੱਕ ਹੁੰਦੀ ਹੈ ਜਦੋਂ ਇਨਸਾਨ ਦੁਨੀਆ ਤੇ ਰਹਿੰਦਾ। ਤੂੰ ਇਹ ਸਮਝ ਲਾ ਕਿ ਬਸ ਵੀ ਉਹ ਵੀ ਚਲੇ ਗਏ ਤੇ ਰਿਸ਼ਤੇ ਵੀ ਚਲੇ ਗਏ। ਨਾਲੇ ਜਿਹੜੇ ਬੇਟਾ ਆਪਣੇ ਹੁੰਦੇ ਆ ਨਾ ਉਹ ਅੱਜ ਵੀ ਆਪਣੇ ਆ, ਉਹ ਕੱਲ ਵੀ ਆਪਣੇ ਸੀ ਤਾਂ ਉਹਨਾਂ ਨੇ ਕੱਲ ਵੀ ਆਪਣੇ ਹੀ ਰਹਿਣਾ। ਜਿਹੜੇ ਆਪਣੇ ਹੈ ਹੀ ਨਹੀਂ ਉਹਨਾਂ ਨਾਲ ਕਾਹਦਾ ਗਿਲਾ ਜੀ। ਇਸ ਕਰਕੇ ਗਿਲਾ ਕਰੀਦਾ ਹੀ ਨਹੀਂ। ਜਦੋਂ ਕੋਈ ਕਲਾਕਾਰ ਬਹੁਤ ਮਸ਼ਹੂਰ ਹੁੰਦਾ ਜੀ ਉਦੋਂ ਐਵੇਂ ਪੈਰੀਂ ਹੱਥ ਲਾਉਣ ਵਾਲੇ ਬਹੁਤ ਆ ਜਾਂਦੇ ਆ, ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਜਿਨ੍ਹਾਂ ਨੇ ਸਾਰਾ ਟਾਈਮ ਘਰ ਵੀ ਰਹਿਣਾ ਹੈ, ਚਾਹਾਂ ਵੀ ਬਣਾਉਣੀਆਂ ਨੇ, ਤੁਹਾਨੂੰ ਅਹਿਸਾਸ ਨਹੀਂ ਹੋਣ ਉਦੋਂ ਦੇਣਾ। ਇੱਕ ਜਣੇ ਨੂੰ ਕੰਮ ਕਵੇ ਉਸਤਾਦ ਤੇ 10 ਜਣੇ ਭੱਜੇ ਜਾਂਦੇ ਹੁੰਦੇ ਵੀ ਪਹਿਲਾਂ ਚਾਹ ਦਾ ਕੱਪ ਮੈਂ ਲੈ ਕੇ ਆਉਣਾ, ਗੱਡੀ ਤੇ ਪਹਿਲਾਂ ਟਾਕੀ ਮੈਂ ਮਾਰਨੀ ਆ, ਜੀ ਜੀ ਉਸਤਾਦ ਜੀ ਦੀ ਆਹ ਗੱਲ ਮੈਂ ਭਗਾਉਣੀ ਆ। ਜੀ ਜੀ ਬਾਅਦ ਦੇ ਵਿੱਚ ਕੋਈ ਇਹੋ ਜਿਹਾ ਚੇਲਾ ਚਪਟਾ ਆਇਆ ਕਿ ਨਹੀਂ ਵੀ ਭਾਈ ਜਿਹੜਾ ਕਹਿੰਦਾ ਹੋਵੇ ਵੀ ਉਸਤਾਦ ਜੀ ਦਾ ਮੈਂ ਹੈਗਾ, ਦੱਸੋ ਕੋਈ ਸੇਵਾ? ਉਹਨਾਂ ਤੋਂ ਬਾਅਦ ਮੇਰਾ ਖਿਆਲ ਨਹੀਂ, ਪਤਾ ਹੀ ਨਹੀਂ ਕਿੰਨੇ ਉਹਨਾਂ ਦੇ ਜਿਹੜੇ ਇਹ ਕਹਿ ਲਓ ਵੀ ਸ਼ਾਗਿਰਦ ਪੈਦਾ ਹੋ ਗਏ, ਜਿਹੜੇ ਸੱਚੀ ਮੁੱਚੀ ਉਹਨਾਂ ਦੇ ਸ਼ਾਗਿਰਦ ਜਿਨ੍ਹਾਂ ਦੀ ਰਸਮ ਹੋਈ ਹੈ ਬਕਾਇਦਾ। ਉਹ ਮੇਰੇ ਨਾਲ ਅੱਜ ਵੀ ਖੜੇ ਨੇ, ਅੱਜ ਵੀ ਮਿਲਦੇ ਨੇ। ਜਦੋਂ ਅਸੀਂ ਡੈਡੀ ਦੀ ਹਰ ਸਾਲ ਜਦੋਂ ਬਰਸੀ ਕਰਵਾਉਂਦੇ ਆ ਸਾਡੇ ਨਾਲ ਹੁੰਦੇ ਆ ਹਰ ਸਾਲ। ਲੇਕਿਨ ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਨ੍ਹਾਂ ਨੂੰ ਮੇਰਾ ਖਿਆਲ ਮੈਂ 2005 ਦੇ ਵਿੱਚ ਪਹਿਲੀ ਵਾਰ ਮੈਂ ਡੈਡੀ ਦੇ ਨਾਲ ਅਮਰੀਕਾ ਗਿਆ ਸੀਗਾ। ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਉਹਨਾਂ ਬੰਦਿਆਂ ਦੀ ਸ਼ਕਲ ਤੱਕ ਨਹੀਂ ਦੇਖੀ ਜਿਹੜੇ ਅੱਜ ਡੈਡੀ ਦਾ ਨਾਮ ਯੂਜ਼ ਕਰਦੇ ਆ। ਆਪਣੇ ਨਾਮ ਦੇ ਪਿੱਛੇ ਸਾਬਰ ਵੀ ਲਗਾ ਰਹੇ, ਆਪਣੇ ਨਾਮ ਦੇ ਪਿੱਛੇ ਕੋਟੀ ਵੀ ਲਗਾ ਲੈਂਦੇ ਆ। ਪਰ ਮੇਰੇ ਖਿਆਲ ਨਾਲ ਉਹਨਾਂ ਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਯਾਰ ਬੰਦਾ ਇੱਦਾਂ ਦੀ ਜੇ ਸੋਚ ਰੱਖੇਗਾ ਤੇ ਕਿੱਦਾਂ ਕੰਮ ਚੱਲੇਗਾ। ਪਹਿਲਾਂ ਤੇ ਇਹ ਚਲੋ ਇੱਕ ਇਹ ਵੀ ਕਹਿ ਸਕਦੇ ਕਿ ਇੱਕ ਇਨਸਾਨੀ ਫਿਤਰਤ ਆ ਬੰਦੇ ਦੀ, ਕਿ ਜਦੋਂ ਉਹਨੂੰ ਕਿਤੇ ਉਹ ਫਾਇਦਾ ਹੁੰਦਾ ਨਾ ਉਹ ਇਹ ਨਹੀਂ ਦੇਖਦਾ ਕਿ ਇਹ 'ਚ ਮੇਰਾ ਨੁਕਸਾਨ ਹੋਏਗਾ ਜਾਂ ਇਹ 'ਚ ਮੇਰਾ ਫਾਇਦਾ ਹੋਏਗਾ। ਉਹਨੂੰ ਇਸ ਅੱਜ ਦਾ ਟਾਈਮ ਇੱਦਾਂ ਦਾ ਕਿ ਉਹ ਸੋਚਦਾ ਕਿ ਬਸ ਮੈਨੂੰ ਮਿਲ ਜਾਵੇ ਕੁਛ ਨਾ ਕੁਛ, ਮੇਰਾ ਫਾਇਦਾ ਹੋ ਜਾਵੇ। ਤੇ ਬਹੁਤ ਸਾਰੇ ਇੱਦਾਂ ਦੇ ਡੈਡੀ ਦੇ ਸ਼ਾਗਿਰਦ ਆ ਜਿਹੜੇ ਮੂੰਹ ਦੇ ਸ਼ਾਗਿਰਦ ਆ ਜਿਨ੍ਹਾਂ ਦੀ ਰਸਮ ਨਹੀਂ ਹੋਈ, ਲੇਕਿਨ ਜਿਨ੍ਹਾਂ ਦੀ ਰਸਮ ਹੋਈ ਆ ਉਹ ਤਾਂ ਅੱਜ ਵੀ ਖੜੇ ਨੇ, ਉਹ ਤਾਂ ਅੱਜ ਵੀ। ਪਰ ਜਿਹੜੇ ਉਹਨਾਂ ਦਾ ਨਾਂ ਵਰਤਦੇ ਨੇ, ਕਦੀ ਉਹਨਾਂ ਚੋਂ ਕਿਸੇ ਦੇ ਨਾਲ ਤੁਸੀਂ ਗੱਲ ਕੀਤੀ ਵੀ ਇਹ ਚੀਜ਼ ਗਲਤ ਆ, ਤੁਸੀਂ ਨਾਂ ਨਹੀਂ ਵਰਤ ਸਕਦੇ ਆ? ਵੈਸੇ ਕਦੀ ਉਹਨਾਂ ਨੂੰ ਕੁਝ ਕਿਹਾ ਹੋਇਆ? ਬਹੁਤ ਵਾਰੀ ਗੱਲ ਕੀਤੀ ਵੀ ਆ ਜੀ, ਬਹੁਤ ਵਾਰੀ ਕਿਹਾ ਵੀ ਆ ਉਹਨਾਂ ਨੂੰ। ਪਰ ਕਹਿੰਦੇ ਨਾ ਕਿ ਜਦੋਂ ਉਹ ਹੋਣ ਦੀ ਜੇ ਅੱਜ ਉਹ ਹੁੰਦੇ ਤਾਂ ਸ਼ਾਇਦ ਇਹ ਗੱਲਾਂ ਨਹੀਂ ਹੋਣੀਆਂ ਸੀਗੀਆਂ। ਹੁਣ ਉਹਨਾਂ ਦਾ ਵੀ ਝਾਕਾ ਖੁੱਲ ਗਿਆ ਆ, ਸਾਨੂੰ ਕਿਹੜਾ ਰੋਕਣ ਵਾਲਾ ਕੋਈ ਹੈਗਾ ਆ। ਇਸ ਕਰਕੇ ਜਦੋਂ ਕੋਈ ਫੋਨ ਆਉਂਦਾ ਆ ਵੀ ਆ ਤੁਹਾਡਾ ਫਲਾਨਾ ਸ਼ਾਗਿਰਦ ਆ ਜੀ, ਇਹਨੇ ਸਾਨੂੰ ਇਦਾਂ ਕਿਹਾ ਉੱਦਾਂ ਕਿਹਾ, ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਹੁੰਦਾ ਕਿ ਭਾਜੀ ਦੇਖੋ ਮੈਂ ਪਹਿਲੀ ਵਾਰੀ ਨਾਮ ਸੁਣ ਰਿਹਾ, ਮੈਨੂੰ ਤੇ ਪਤਾ ਵੀ ਨਹੀਂ ਕੌਣ ਹੈ। ਜਿੱਦਾਂ ਦਿਲ ਕਰਦਾ ਆ, ਤੁਹਾਡੇ ਆਪਸ ਦੀ ਦੋਨਾਂ ਦੀ ਗੱਲ ਆ, ਤੁਸੀਂ ਬੈਠ ਕੇ ਪਿਆਰ ਨਾਲ ਨਿਬੇੜ ਲਿਓ ਜੀ, ਹਨਾ ਵੀ ਸਾਨੂੰ ਨਾ ਇਸ ਮੈਟਰ 'ਚ ਪਾਓ। ਸਾਡੇ ਕੋਲ ਤੇ ਬਥੇਰੀਆਂ ਪਰੇਸ਼ਾਨੀਆਂ ਸਾਡੀਆਂ ਆ, ਅਸੀਂ ਤਾਂ ਉਸੇ ਚੀਜ਼ ਨਾਲ ਅਜੇ ਸਾਡਾ ਉਸੇ ਚੀਜ਼ ਨਾਲ ਨਿਪਟਾਰਾ ਨਹੀਂ ਹੋ ਪਾ ਰਿਹਾ ਤੇ ਤੁਸੀਂ ਹੋਰ ਗੱਲਾਂ ਸੁਣਾ ਰਹੇ ਹੋ। ਬਾਕੀ ਰਹੀ ਗੱਲ ਉਹਨਾਂ ਦੀ, ਤਾਂ ਮੈਂ ਤਾਂ ਉਹਨਾਂ ਨੂੰ ਜਾਣਦਾ ਹੀ ਨਹੀਂ, ਗੱਲ ਇੱਥੇ ਨਹੀਂ ਵੜਦੀ। ਹੋਰ ਤਾਂ ਦੇਖੋ ਲੋਕ ਨਾ ਤਰ੍ਹਾਂ ਦੀ ਸੋਚ ਵਾਲੇ ਹੁੰਦੇ ਆ ਬਹੁਤ ਜੀ। ਮੈਨੂੰ ਇੱਕ ਵਾਰੀ ਇੱਕ ਬੰਦੇ ਦਾ ਫੋਨ ਆਇਆ, ਕਹਿੰਦੇ ਜੀ ਸਾਬਰ ਕੋਟੀ ਸਾਹਿਬ ਦੇ 2 ਵਿਆਹ ਸੀ, ਕਦੇ ਪੁੱਛਿਓ? ਤੇ ਮੈਂ ਕਿਹਾ ਉਹਨਾਂ ਨੇ 5 ਹੁਣ ਤੂੰ ਵੜੇਵੇਂ ਲੈਣੇ ਆ। ਤੂੰ ਗਾਇਕੀ ਦੇ ਨਾਲ ਮਤਲਬ ਰੱਖ ਜੀ, ਕਿਸੇ ਦੀ ਨਿੱਜੀ ਜ਼ਿੰਦਗੀ ਕੁਝ ਵੀ ਹੋ ਸਕਦੀ ਹੈ। ਵਾਰ-ਵਾਰ ਸੁਣ, ਨਹੀਂ ਚੰਗਾ ਲੱਗਦਾ ਨਾ ਸੁਣ। ਗੱਲ ਤਾਂ ਇਹ ਆ ਵੀ ਤੁਸੀਂ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕ ਕੇ ਲੈਣਾ ਕੀ ਆ। ਸਾਡੀ ਹਮੇਸ਼ਾ ਇੱਛਾ ਇਹ ਰਹਿੰਦੀ ਇੱਥੇ ਬੈਠ ਕੇ ਵੀ ਅਸੀਂ ਨਿੱਜੀ ਜ਼ਿੰਦਗੀ ਤੋਂ ਕੀ ਕਰਾਉਣਾ। ਬਿਲਕੁਲ ਜੀ, ਭਾਵੇਂ ਕੋਈ ਇੱਕ ਨਾਲ ਰਵੇ, ਕੋਈ 50 ਨਾਲ ਰਵੇ, ਕੋਈ ਕਿਸੇ ਨਾਲ ਵੀ ਨਾ ਰਵੇ, ਸਾਡਾ ਇਹਦੇ ਨਾਲ ਕੀ ਫਰਜ਼ ਆ, ਕੀ ਤਾਲੁਕ ਬਣਦਾ? ਬਾਈ ਜੀ ਇਹ ਦੱਸੋ ਵੀ ਤੁਹਾਡੇ ਭੈਣ ਭਾਈਆਂ ਦੇ ਵਿੱਚੋਂ ਵੀ ਕਿਸੇ ਨੂੰ ਗਾਉਣ ਦਾ ਸ਼ੌਕ ਹੈ ਕਿ ਨਹੀਂ? ਮੇਰੇ ਤੋਂ ਜਿਹੜਾ ਛੋਟਾ ਮੇਰਾ ਬ੍ਰਦਰ ਹੈ ਉਹਦਾ ਸਟਾਈਲ ਥੋੜਾ ਬਾਲੀਵੁੱਡ ਵਾਲਾ ਹੈ, ਲੇਕਿਨ ਉਹ ਗਾਉਂਦਾ ਨਹੀਂ ਹੈ, ਉਹ ਜ਼ਿਆਦਾ ਮਿਊਜ਼ਿਕ ਵਗੈਰਾ ਕਰਦਾ, ਸਟੂਡੀਓ ਵਗੈਰਾ 'ਚ ਕੰਮ ਕਰ ਰਿਹਾ ਹੈ।
ਉਸ ਤੋਂ ਛੋਟੀ ਮੇਰੀ ਸਿਸਟਰ ਹੈ ਔਰ ਉਹ ਵੀ ਮਤਲਬ ਮੰਮੀ ਦੇ ਨਾਲ ਹੀ ਹੈ, ਇਸ ਟਾਈਮ ਘਰ ਦੇ ਵਿੱਚ ਹੈ। ਉਹ ਬੇਸਿਕਲੀ ਉਹਨੂੰ ਅਸੀਂ ਬਾਹਰ ਭੇਜਿਆ ਸੀਗਾ, ਬਟ ਡੈਡੀ ਦੇ ਬਿਮਾਰ ਹੋਣ ਕਰਕੇ ਫਿਰ ਅਸੀਂ ਵਾਪਸ ਬੁਲਾ ਲਿਆ ਸੀਗਾ ਉਹਨੂੰ। ਉਸ ਤੋਂ ਛੋਟਾ ਮੇਰਾ ਇੱਕ ਬ੍ਰਦਰ ਹੋਰ ਹੈ, ਉਹਨੂੰ ਇੰਟਰਸਟ ਹੈ ਗਾਣੇ ਵਜਾਣੇ ਦਾ, ਪਰ ਹਾਲੇ ਫਿਲਹਾਲ ਉਹ ਪੜ੍ਹ ਰਿਹਾ ਹੈ ਤੇ ਉਹਨੂੰ ਹਾਲੇ ਪੜ੍ਹਾਵਾਂਗੇ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਪੜ੍ਹਾਈ ਬਹੁਤ ਜ਼ਰੂਰੀ ਹੈ ਜੀ। ਔਰ ਉਸ ਤੋਂ ਬਾਅਦ ਦੇਖਦੇ ਆ ਉਹਦਾ ਵੀ ਕੁਝ ਜੀ। ਤੇ ਟਾਣਾ ਸਾਹਿਬ, ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੇ ਗਾਣੇ ਵੀ ਜ਼ਰੂਰ ਹੁੰਦੇ ਨੇ, ਸੋ ਉਹਨਾਂ ਦਾ ਕੋਈ ਵੀ ਗਾਣਾ, ਕਿਉਂਕਿ ਉਹਨਾਂ ਦਾ ਗਾਣਾ ਤੁਹਾਡੇ ਮੂੰਹ ਦੇ ਵਿੱਚੋਂ ਵੱਧ ਫੱਬੂਗਾ। ਜੀ ਜੀ ਜੀ। ਮੈਂ ਸੁਣਾਉਣਾ ਜੀ ਇੱਕ ਛੋਟਾ ਜਿਹਾ ਕਰਕੇ। ਕੰਡੇ ਜਿੰਨੇ ਹੋਣ ਤਿੱਖੇ, ਫੁੱਲ ਉਹਨਾਂ ਹੁੰਦਾ ਸੋਹਣਾ। ਕੰਡੇ ਜਿੰਨੇ ਹੋਣ ਤਿੱਖੇ, ਫੁੱਲ ਉਹਨਾਂ ਹੁੰਦਾ ਸੋਹਣਾ। ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ, ਪਰਾਇਆ ਕਿੱਥੋਂ ਹੋਣਾ। ਕੰਡੇ ਜਿੰਨੇ ਹੋਣ ਤਿੱਖੇ, ਫੁੱਲ ਉਹਨਾਂ ਹੁੰਦਾ ਸੋਹਣਾ। ਥੋੜਾ ਜਿਹਾ ਹੋਰ ਆਉਣ ਦਿਓ ਫਿਰ। ਰੁੱਤਾਂ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ, ਹਾਏ ਬਦਲੇ ਨੇ ਰੰਗ। ਆਦਿ ਨਸ਼ਿਆਂ ਦੇ ਹੋ ਗਏ ਸੀਨੇ ਖਾ ਖਾ ਡੰਗ, ਹਾਏ ਖਾ ਖਾ ਡੰਗ। ਪੱਲੇ ਰਹਿ ਗਿਆ ਏ ਸਾਡੇ ਬਸ ਉਮਰਾਂ ਦਾ ਰੋਣਾ, ਪੱਲੇ ਰਹਿ ਗਿਆ ਏ ਸਾਡੇ ਬਸ ਉਮਰਾਂ ਦਾ ਰੋਣਾ। ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ, ਪਰਾਇਆ ਕਿੱਥੋਂ ਹੋਣਾ। ਕੰਡੇ ਜਿੰਨੇ ਹੋਣ ਤਿੱਖੇ, ਫੁੱਲ ਉਹਨਾਂ ਹੁੰਦਾ ਸੋਹਣਾ। ਕੰਡੇ ਜਿੰਨੇ ਹੋਣ ਤਿੱਖੇ, ਫੁੱਲ ਉਹਨਾਂ ਹੁੰਦਾ ਸੋਹਣਾ। ਵਾਹ, ਬਹੁਤ ਖੂਬ। ਉਹ ਮੌਸਮ ਵਾਂਗੂ ਬਦਲ ਗਏ, ਉਹ ਵੀ ਆਉਂਦੇ। ਅਸੀਂ ਕਿਤੇ ਵੀ ਜਾਂਦੇ ਆ, ਇਹਦੀ ਫਰਮਾਇਸ਼ ਬਹੁਤ ਆਉਂਦੀ ਹੈ ਗਾਣੇ ਦੀ। ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ, ਆਪਣਾ ਆਪ ਗਵਾਉਣ ਤੋਂ ਪਹਿਲਾਂ। ਅਸੀਂ ਬੇਸਮਝੇ ਦਿਲ ਲਾ ਕੇ, ਹੋਏ ਬੇਸਮਝੇ ਦਿਲ ਲਾ ਕੇ ਦਿਲ ਤੇ ਅੜੇ ਰਹਿ ਗਏ। ਉਹ ਮੌਸਮ ਵਾਂਗੂ ਬਦਲ ਗਏ ਜੀ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਉਹ ਮੌਸਮ ਵਾਂਗੂ ਬਦਲ ਗਏ ਜੀ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਵਾਹ ਵਾਹ, ਕੀ ਬਾਤ ਹੈ, ਬਹੁਤ ਖੂਬ। ਕਦੇ ਕਦੇ ਇਉਂ ਲੱਗਦਾ ਹੁੰਦਾ ਸੀ ਵੀ ਨਾ ਸਾਬਰਕੋਟੀ ਜੀ ਸੁਰ ਨਾਲ ਖੇਡਦੇ ਆ, ਜੀ ਜਿਵੇਂ ਨਿਆਣਾ ਕਿਸੇ ਗੇਂਦ ਨਾਲ ਖੇਡਦਾ ਹੁੰਦਾ, ਤੇ ਬਿਨਾਂ ਤੰਗ ਹੋਏ। ਕਦੇ ਇਉਂ ਨਹੀਂ ਸੀ ਲੱਗਦਾ ਕਿ ਕੋਈ ਐਕਸਟਰਾ ਐਫਰਟ ਪਾ ਰਹੇ ਨੇ ਉਹਨਾਂ ਨੇ ਸੋਚ ਕੇ ਉਹਦੇ ਨਹੀਂ ਵੀ ਲਈ। ਭਾਈ ਹੁਣ ਮੈਂ ਆਹ ਸੁਰ ਲਾਉਣੀ ਆ ਜਾਂ ਮੈਂ ਅਗਲੇ ਅੰਤਰੇ ਦੇ ਵਿੱਚ ਇਉਂ ਮੁਰਕੀਆਂ ਲਾਉਣੀਆਂ। ਉਹ ਆਪੇ ਹੀ ਸਾਰਾ ਕੁਝ ਹੁੰਦਾ ਸੀਗਾ ਜੀ। ਉਹ ਦਰਅਸਲ ਉਹਨਾਂ ਦੀ ਇੱਕ ਥਿਊਰੀ ਸੀਗੀ ਜੀ। ਜਦੋਂ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਰਿਆਜ਼ ਕਰਦਾ ਹੁੰਦਾ ਸੀ, ਜਦੋਂ ਮੈਨੂੰ ਨਹੀਂ ਲੋਕ ਜਾਣਦੇ ਸੀ, ਉਹ ਮੈਨੂੰ ਦੱਸਦੇ ਹੁੰਦੇ ਸੀ, ਕਹਿੰਦੇ ਬੇਟਾ ਮੈਂ ਆਪਣੇ ਸਾਹਮਣੇ ਸ਼ੀਸ਼ਾ ਰੱਖ ਲੈਂਦਾ ਸੀਗਾ, ਤੇ ਜਦੋਂ ਮੈਂ ਰਿਆਜ਼ ਕਰਦਾ ਹੁੰਦਾ ਸੀਗਾ, ਮੈਂ ਉਸ ਕਮਰੇ 'ਚ ਬੈਠ ਕੇ ਰਿਆਜ਼ ਕਰਦਾ ਹੁੰਦਾ ਸੀਗਾ ਜਿਹਦੇ ਵਿੱਚ ਪੱਖਾ ਵੀ ਨਹੀਂ ਹੁੰਦਾ ਸੀ। ਤੇ ਕਹਿੰਦੇ ਮੈਂ ਪਸੀਨੇ ਨਾਲ ਨਿਚੜ ਜਾਂਦਾ ਸੀ ਪੂਰਾ, ਜਿਸ ਮੈਂ ਖੇਸੀ ਤੇ ਬੈਠ ਕੇ ਰਿਆਜ਼ ਕਰਦਾ ਸੀ ਜਾਂ ਚਾਦਰ ਤੇ ਰਿਆਜ਼ ਕਰਦਾ ਸੀ, ਜਦੋਂ ਮੈਂ ਰਿਆਜ਼ ਕਰਕੇ ਉੱਠਦਾ ਸੀਗਾ, ਉਹ ਚਾਦਰ ਜਦੋਂ ਨਿਚੋੜਦੇ ਸੀਗੇ ਤਾਂ ਉਹ 'ਚ ਪਸੀਨਾ ਇਦਾਂ ਚੋਂਦਾ ਸੀਗਾ ਜਿੱਦਾਂ ਹੁਣੇ ਚਾਦਰ ਧੋ ਕੇ ਹਟੇ ਹੁੰਨੇ ਆਪਾਂ। ਔਰ ਕਹਿੰਦੇ ਸ਼ੀਸ਼ਾ ਮੈਂ ਤਾਂ ਰੱਖਦਾ ਸੀਗਾ ਕਿ ਜੇ ਮੈਂ ਕੁਝ ਵੀ ਗਾ ਰਿਹਾ ਆ, ਮੇਰਾ ਚਿਹਰਾ ਤਾਂ ਨਹੀਂ ਵਿਗੜ ਰਿਹਾ, ਲੈ ਪਬਲਿਕ ਨੂੰ ਇਹ ਨਾ ਲੱਗੇ ਵੀ ਯਾਰ ਇਹ ਤਾਂ ਜ਼ੋਰ ਲੱਗ ਰਿਹਾ, ਇਹਨੂੰ ਤਾਂ ਤਕਲੀਫ ਹੋ ਰਹੀ ਹੈ ਬਹੁਤ ਜ਼ਿਆਦਾ। ਉਹਨਾਂ ਦੀ ਇੱਕ ਇਹ ਥਿਊਰੀ ਸੀਗੀ ਔਰ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫੋਲੋ ਕਰੀਏ। ਹਾਲਾਂਕਿ ਉਹਨਾਂ ਨੇ 19 ਸਾਲ ਜਿਹੜਾ ਗਾਣਾ ਵਜਾਣਾ ਸਿੱਖਿਆ, ਉਸ ਤੋਂ ਬਾਅਦ ਉਹ ਮਾਰਕੀਟ ਦੇ ਵਿੱਚ ਆਏ। ਔਰ ਮੈਂ ਸਮਝਦਾ ਆ ਵੀ ਅਸੀਂ ਤਾਂ ਮੇਰਾ ਖਿਆਲ ਹੱਲੇ ਪਹਿਲੀ ਪੌੜੀ ਵੀ ਨਹੀਂ ਚੜ੍ਹੇ, ਅਜੇ ਤਾਂ ਸਾਡੀ ਸ਼ੁਰੂਆਤ ਵੀ ਨਹੀਂ ਸਹੀ ਤਰੀਕੇ ਨਾਲ। ਕਦੀ ਜ਼ਿਹਨ ਦੇ ਵਿੱਚ ਆਇਆ ਕਿ ਉਹਨਾਂ ਦੇ ਜਿਹੜੇ ਮਸ਼ਹੂਰ ਗੀਤ ਨੇ, ਵੈਸੇ ਤਾਂ ਸਾਰੇ ਹੀ ਮਸ਼ਹੂਰ ਨੇ, ਪਰ ਕੁਝ ਇੱਕ ਚੁਣਵੇਂ ਇਹੋ ਜਿਹੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਸ਼ਾਇਦ ਬਹੁਤ ਦਿਲ ਦੇ ਨੇੜੇ ਹੋਣਗੇ, ਕਦੇ ਸੋਚਿਆ ਵੀ ਉਹਨਾਂ ਨੂੰ ਰੀਕ੍ਰੀਏਟ ਕੀਤਾ ਜਾਏ, ਕੁਝ ਆਪਣੀ ਆਵਾਜ਼ ਦੇ ਵਿੱਚ ਕੁਝ ਨਵਾਂ ਪਾ ਕੇ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਬਹੁਤ ਕਰੀਦੀ ਹੈ ਜੀ। ਲੇਕਿਨ ਜੋ ਉਹਨਾਂ ਨੇ ਗਾ ਦਿੱਤਾ, ਮੇਰੇ ਖਿਆਲ ਨਾਲ ਕੋਈ ਵੀ ਇਨਸਾਨ ਆ, ਚਾਹੇ ਉਹ ਮੈਂ ਹੀ ਆ, ਜੇ 100 ਵਾਰੀ ਮਰ ਕੇ ਵੀ ਜਿੰਦਾ ਹੋ ਜਾਏਗਾ ਨਾ, ਉਹ ਚੀਜ਼ ਨੂੰ ਉਹ ਨਹੀਂ ਗਾ ਸਕਦਾ। ਰੀਕ੍ਰੀਏਟ ਕਰਨਾ ਜਿਹੜਾ ਆ ਉਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਸੌਖਾ ਹੋ ਗਿਆ। ਅੱਜ ਕੱਲ੍ਹ ਤੁਹਾਨੂੰ ਪਤਾ ਸਾਰਾ ਡਿਜੀਟਲ ਹੋ ਗਿਆ। ਇੱਕ ਟਾਈਮ ਮੈਂ ਸੁਣਦਾ ਹੁੰਦਾ ਸੀਗਾ ਡੈਡੀ ਤੋਂ ਕਿ ਜਦੋਂ ਉਹਨਾਂ ਸਮਿਆਂ 'ਚ ਜਦੋਂ ਰਿਕਾਰਡਿੰਗਾਂ ਹੁੰਦੀਆਂ ਸੀਗੀਆਂ, ਇੱਕ ਹਾਲ ਦੇ ਵਿੱਚ ਸਾਰਾ ਕੁਝ ਲਾਈਵ ਚੱਲਦਾ ਸੀ। ਅਗਰ ਇੱਕ ਮਜੀਸ਼ੀਅਨ ਕੋਲੋਂ ਇੱਕ ਛੋਟੀ ਜਿਹੀ ਵੀ ਗਲਤੀ ਹੋ ਜਾਂਦੀ ਸੀਗੀ, ਉਹ ਸਾਰਾ ਦੁਬਾਰਾ ਰਿਕਾਰਡ ਕਰਨਾ ਪੈਂਦਾ ਸੀਗਾ।
ਲੇਕਿਨ ਅੱਜ ਕੱਲ ਤੁਹਾਨੂੰ ਪਤਾ ਡਿਜੀਟਲ ਹੋ ਗਿਆ ਸਾਰਾ ਕੁਝ, ਤੇ ਕੰਮ ਤਾਂ ਸੌਖਾ ਜ਼ਰੂਰ ਹੈ ਰੀਕ੍ਰੀਏਟ ਕਰਨਾ ਕਿਸੇ ਵੀ ਚੀਜ਼ ਨੂੰ, ਲੇਕਿਨ ਉਸ ਚੀਜ਼ ਨੂੰ ਓਰੀਜਨਲ ਦੇ ਨਾਲ ਕੰਪੇਅਰ ਕਰਨਾ ਤਾਂ ਬਹੁਤ ਔਖਾ ਹੋ ਜਾਂਦਾ, ਕਿਉਂਕਿ ਜੋ ਉਹਨਾਂ ਨੇ ਗਾਇਆ ਹੋਇਆ ਮੇਰੇ ਖਿਆਲ ਨਾਲ ਕੋਈ ਨਹੀਂ ਗਾ ਸਕਦਾ। ਵੈਸੇ ਇੱਕ ਨਿੱਜੀ ਜਿਹਾ ਸਵਾਲ ਆ ਜੀ ਇਹ, ਪਤਾ ਨਹੀਂ ਤੁਸੀਂ ਠੀਕ ਸਮਝੋ ਕਿ ਨਾ, ਜੀ ਬਹੁਤ ਸਾਰਾ ਉਹਨਾਂ ਨੇ ਗਾਇਆ, ਜੀ ਬਹੁਤ ਸਾਰੇ ਸ਼ੋਅ ਲਾਏ, ਜੀ ਤੇ ਜ਼ਾਹਰ ਜੀ ਗੱਲ ਆ ਵੀ ਕਮਾਇਆ ਵੀ ਬਹੁਤ ਹੋਊਗਾ, ਜੀ। ਸੰਭਾਲਿਆ ਵੀ? ਜਿੱਦਾਂ ਮੈਂ ਟਹਿਣਾ ਸਾਹਿਬ ਪਹਿਲਾਂ ਜ਼ਿਕਰ ਕੀਤਾ ਤੁਹਾਨੂੰ ਕਿ ਲੋਕਾਂ ਨੇ ਉਹਨਾਂ ਨੂੰ ਵਰਤਿਆ ਬਹੁਤ, ਔਰ ਉਹਨਾਂ ਦਾ ਦਿਲ ਜਿਹੜਾ ਸੀਗਾ ਸਾਫ਼ ਦਿਲ ਸੀਗਾ। ਜਿਹੜਾ ਇਨਸਾਨ ਸਾਫ਼ ਦਿਲ ਹੁੰਦਾ ਉਹਨੂੰ ਸਾਹਮਣੇ ਵਾਲਾ ਇਨਸਾਨ ਵੀ ਆਪਣੇ ਵਰਗਾ ਲੱਗਦਾ। ਉਹਨਾਂ ਨੇ ਬਹੁਤ ਬਹੁਤ ਇਹ ਕਹਿ ਲਓ ਵੀ ਪੈਸਾ ਯਾਰਾਂ ਦੋਸਤਾਂ ਪਿੱਛੇ ਉਜਾੜਿਆ ਵੀ, ਕੁਛ ਕੁ ਇਹ ਕਹਿ ਲਓ ਵੀ ਦੋਸਤ ਐਸੇ ਸੀਗੇ ਜਿਹੜੇ ਇੱਕ ਪਲੇਟ 'ਚ ਖਾਣਾ ਖਾਣ ਵਾਲੇ ਦੋਸਤ ਸੀਗੇ, ਉਹਨਾਂ ਨੇ ਵੀ ਠੱਗਿਆ ਉਹਨਾਂ ਨੂੰ ਬਹੁਤ, ਲੇਕਿਨ ਉਹਨਾਂ ਨੇ ਕਦੀ ਇਸ ਚੀਜ਼ ਦਾ ਗਿਲਾ ਨਹੀਂ ਕੀਤਾ। ਉਹਨਾਂ ਨੇ ਸ਼ੁਕਰ ਕੀਤਾ ਪਰਮਾਤਮਾ ਦਾ, ਔਰ ਹਮੇਸ਼ਾ ਮੈਨੂੰ ਵੀ ਇਹੀ ਗੱਲ ਸਿਖਾਈ ਕਿ ਬੇਟਾ ਰੱਬ ਕੋਲੋਂ ਮੰਗਣਾ ਬਹੁਤ ਸੌਖਾ ਆ, ਲੇਕਿਨ ਬੰਦੇ ਨੂੰ ਮੰਗਣਾ ਨਹੀਂ ਆਉਂਦਾ। ਬੰਦਾ ਮੰਗਣਾ ਸਿੱਖ ਲਵੇ, ਰੱਬ ਬਹੁਤ ਕੁਝ ਦੇ ਦਿੰਦਾ, ਐਕਸਟਰਾ ਵੀ ਦੇ ਦਿੰਦਾ ਨਾਲ। ਮੈਂ ਕਿਹਾ ਜੀ ਫਿਰ ਇੰਨਾ ਕੁਝ ਲੋਕ ਆਪਣੇ ਨਾਲ ਕਰਦੇ ਆ, ਤੁਸੀਂ ਮਤਲਬ ਇੱਕ ਲਫ਼ਜ਼ ਵੀ ਨਹੀਂ ਬੋਲਦੇ। ਮੈਂ ਕਿਹਾ ਅੱਜ ਕੱਲ੍ਹ ਆਪਾਂ ਹੁਣ ਦੇਖਦੇ ਆ, ਮੈਂ ਕਿਹਾ ਜਦੋਂ ਕੋਈ ਕਿਸੇ ਆਰਟਿਸਟ ਨੂੰ ਕੋਈ ਜਦੋਂ ਲਾਈਵ ਹੋ ਰਿਹਾ ਹੁੰਦਾ ਕੋਈ ਕਮੈਂਟ ਵੀ ਕਰ ਦਿੰਦਾ, ਉਹ ਉੱਥੇ ਹੀ ਸ਼ੁਰੂ ਹੋ ਜਾਂਦਾ, ਤੂੰ ਫਲਾਨਾ, ਤੂੰ ਇਹ, ਤੂੰ ਉਹ ਵਗੈਰਾ। ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਆਪਣੇ ਆਪ ਨੂੰ ਇੱਦਾਂ ਰੱਖਿਆ ਹੋਇਆ? ਕਹਿੰਦੇ ਮੈਂ ਬੇਟਾ ਰੱਬ ਕੋਲੋਂ ਨਾ ਪੈਸਾ ਮੰਗਦਾ, ਨਾ ਗੱਡੀ ਮੰਗਦਾ, ਮੈਂ ਉਹਦੇ ਕੋਲੋਂ ਸਿਰਫ ਸਬਰ ਮੰਗਦਾ ਕਿ ਮੈਨੂੰ ਚੰਗੇ ਟਾਈਮ 'ਚ ਵੀ ਔਰ ਮਾੜੇ ਟਾਈਮ 'ਚ ਵੀ ਬਸ ਸਬਰ ਦੇਈਂ, ਵੀ ਮੈਂ ਮਾਲਕਾ ਤੈਨੂੰ ਭੁੱਲਾਂ ਨਾ। ਕਹਿੰਦੇ ਸ਼ਾਇਦ ਇਸੇ ਲਈ ਮੇਰਾ ਸੁਭਾਅ ਹੀ ਇਦਾਂ ਦਾ, ਮੈਂ ਕੀ ਕਰਾਂ। ਜੀ ਇਦਾਂ ਹੀ ਤੁਸੀਂ ਬਹੁਤ ਸਾਰੀਆਂ ਸਟੇਜਾਂ ਤੇ ਵੀ ਉਹਨਾਂ ਦੇ ਨਾਲ ਗਏ ਹੋਵੋਗੇ, ਕਈ ਸਾਰੀਆਂ ਯਾਦਾਂ ਵੀ ਨਾਲੋਂ ਨਾਲ ਜੁੜਦੀਆਂ ਰਹਿੰਦੀਆਂ ਨੇ। ਕੋਈ ਯਾਦ ਜੇਕਰ ਜੋ ਸਟੇਜ ਦੇ ਉੱਪਰ ਕਿਤੇ ਕੁਛ ਅਚਾਨਕ ਵਾਪਰ ਗਿਆ, ਮੈਂ ਉਹਨੂੰ ਕਿਵੇਂ ਸੰਭਾਲਿਆ? ਮੈਂ ਇੱਕ ਵਾਰੀ ਗਿਆ ਉਹਨਾਂ ਦੇ ਨਾਲ 2008 ਦੇ ਵਿੱਚ ਮੇਰੀ ਸਟੱਡੀ ਕੰਪਲੀਟ ਹੋਈ, ਔਰ ਮੈਨੂੰ ਇੰਨਾ ਕੁ ਜ਼ਿਆਦਾ ਗਾਣੇ ਵਜਾਣੇ ਦਾ ਜਨੂਨ ਪੈਦਾ ਹੋ ਗਿਆ ਕਿ ਮੈਂ ਡੈਡੀ ਦੇ ਨਾਲ ਹਰ ਇੱਕ ਸਟੇਜ ਤੇ ਜਾਣਾ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲਾਂ ਜਦੋਂ ਮੇਰੀ ਸਟੱਡੀ ਖਤਮ ਹੋਣ ਵਾਲੀ ਸੀ, ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਮੈਂ ਅਮਰੀਕਾ ਤੋਂ ਜਦੋਂ ਆਇਆ ਤੇ ਉਦੋਂ ਜੈਲ ਦਾ ਦੌਰ ਸ਼ੁਰੂ ਹੋਇਆ ਨਵਾਂ ਵਾਲਾਂ ਵਾਲੀ ਪੰਜਾਬ ਦੇ ਵਿੱਚ। ਤੇ ਮੈਂ ਬਾਹਰੋਂ ਜਾ ਕੇ ਆਇਆ ਤਾਂ ਚੰਗੀ ਤਰ੍ਹਾਂ ਵਾਲਾਂ ਨੂੰ ਮੈਂ ਜੈਲ ਜੁਲ ਲਗਾ ਕੇ ਮੈਂ ਤਿਆਰ ਤੁਰ ਹੋ ਕੇ ਸਕੂਲ ਜਾਣਾ। ਜ਼ਿੱਦ ਤਾਰਾਂ ਵਾਲੇ ਬੁਰਸ਼ੋਂ ਖੜੇ, ਬਿਲਕੁਲ ਜੀ ਬਿਲਕੁਲ। ਤੇ ਮੈਂ ਜ਼ਿੱਦ ਵਗੈਰਾ ਕਰਕੇ ਡੈਡੀ ਨੂੰ ਮੈਂ ਕਿਹਾ ਡੈਡੀ ਮੈਂ ਮੋਟਰਸਾਈਕਲ ਲੈਣਾ ਜੀ। ਉਹਨੂੰ ਕਹਿੰਦੇ ਯਾਰ ਕੀ ਕਰਨਾ ਮੋਟਰਸਾਈਕਲ ਲੈ ਕੇ ਤੂੰ, ਯਾਰ ਤੂੰ ਕੋਈ ਪਿਓ ਸੀ ਉੱਪਰ ਦੀ ਆਏ। ਮੈਨੂੰ ਕਹਿੰਦਾ ਤੂੰ ਕੀ ਕਰਨਾ, ਤੂੰ ਗੱਡੀ ਗੁੱਡੀ ਲੈ ਕੋਈ। ਮੈਂ ਕਿਹਾ ਜੀ ਨਹੀਂ, ਮੇਰਾ ਗੇਅਰ ਅੜਿਆ ਸੀਗਾ ਕਿਉਂਕਿ ਮੇਰੇ ਨਾਲ ਜਿਹੜੇ ਪੜ੍ਹਦੇ ਸੀ ਸਾਰਿਆਂ ਕੋਲ ਮੋਟਰਸਾਈਕਲ ਸੀਗਾ। ਮੈਂ ਕਿਹਾ ਜੀ ਨਹੀਂ, ਮੈਂ ਤਾਂ ਮੋਟਰਸਾਈਕਲ ਹੀ ਲੈਣਾ ਜੀ। ਮੈਂ ਜਿੱਦ ਫੜ ਲਈ ਵੀ ਲੈਣਾ ਹੀ ਲੈਣਾ। 2 ਦਿਨ 3 ਦਿਨ 4 ਦਿਨ ਹਫਤਾ 10 ਦਿਨ ਇੱਕੋ ਹੀ ਜਗ੍ਹਾ ਤੇ ਮੇਰੀ ਸੂਈ ਅੜੀ ਰਹੀ। ਤੇ ਉਹਨਾਂ ਨੇ ਕਿਹਾ ਕਿ ਯਾਰ ਚੱਲ ਕੋਈ ਨਹੀਂ ਫਿਰ ਲੈ ਲਾ, ਕੋਈ ਗੱਲ ਨਹੀਂ। ਚਲੋ ਉਹਨਾਂ ਨੇ ਮੈਨੂੰ ਮੋਟਰਸਾਈਕਲ ਲੈ ਦਿੱਤਾ। ਮੈਂ ਸਵੇਰੇ ਚਲੇ ਜਾਣਾ ਸਕੂਲ, 2-3 ਵਜੇ ਆ ਜਾਣਾ। ਉਸ ਤੋਂ ਬਾਅਦ ਟਿਊਸ਼ਨਾਂ ਤੇ ਜਾਣਾ। ਟਿਊਸ਼ਨ ਤੋਂ ਬਾਅਦ ਦਾ ਜਿਹੜਾ ਟਾਈਮ ਹੁੰਦਾ ਸੀਗਾ ਉਹ ਮੋਟਰਸਾਈਕਲ ਚੱਕਣਾ ਤੇ ਮੁੰਡਿਆਂ ਨਾਲ ਨਿਕਲ ਜਾਣਾ। ਤੇ ਮੇਰਾ ਖਿਆਲ 2-3 ਮਹੀਨੇ 4 ਮਹੀਨੇ ਇਹੀ ਸਿਲਸਿਲਾ ਚੱਲਦਾ ਰਿਹਾ। ਉਹ ਮੇਰੇ ਵੱਲ ਦੇਖਦੇ ਰਹੇ ਵੀ ਯਾਰ ਇਹਨੂੰ ਮੈਂ ਬਾਹਰ ਲੈ ਕੇ ਗਿਆ ਵੀ ਚਲੋ ਇਹ ਥੋੜਾ ਜਿਹਾ ਗਾਣੇ ਵਜਾਣੇ ਦੀ ਰਮਜ਼ ਨੂੰ ਸਮਝ ਲਏਗਾ ਥੋੜਾ ਜਿਹਾ। ਸਿੱਖ ਕੇ ਕੀ ਆਇਆ? ਤੇ ਇਹ ਤਾਂ ਉਲਟ ਪਾਸੇ ਤੁਰ ਪਿਆ ਯਾਰ। ਤੇ ਜੇ ਉਹ ਚਾਹੁੰਦੇ ਉਹ ਮੈਨੂੰ ਡਾਂਟ ਵੀ ਸਕਦੇ ਸੀਗੇ, ਉਹਨੂੰ ਮਾਰ ਕੇ ਵੀ ਲਿਆ ਸਕਦੇ ਸੀ ਇਸ ਲਾਈਨ ਵੱਲ। ਉਹਨਾਂ ਨੇ ਬੜਾ ਅਨੋਖਾ ਜਿਹਾ ਤਰੀਕਾ ਅਪਣਾਇਆ। ਉਹ ਮੈਨੂੰ ਸ਼ੌਂਕ ਸੀਗਾ ਤਿਆਰ ਤਿਉਰ ਹੋਣ ਦਾ ਉਦੋਂ, ਤੇ ਮੈਨੂੰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮੈਨੂੰ ਮੇਲਿਆਂ 'ਚ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਤੇ ਕੰਮ ਮੇਰਾ ਕੁਝ ਨਹੀਂ ਹੁੰਦਾ ਸੀਗਾ, ਮੈਂ ਸਿਰਫ ਸਟੇਜ ਤੇ ਜਾ ਕੇ ਮੈਨੂੰ ਬਿਠਾ ਦਿੰਦੇ ਸੀਗੇ ਕਿ ਤੂੰ ਬੈਠ, ਤੂੰ ਦੇਖ ਵੀ ਕੰਮ ਕਿੱਦਾਂ ਹੁੰਦਾ, ਮੈਂ ਕਿੱਦਾਂ ਕੰਮ ਕਰਦਾ। ਤੇ 1 ਦਿਨ 2 ਦਿਨ 3 ਦਿਨ ਹਫਤਾ 10 ਦਿਨ ਜਾਂਦਾ ਰਿਹਾ ਮੈਂ ਨਾਲ। ਤੇ ਗਰਮੀ ਤੁਹਾਨੂੰ ਪਤਾ ਜੀ, ਅਪ੍ਰੈਲ ਮਈ ਜੂਨ ਜੁਲਾਈ 'ਚ ਗਰਮੀ ਕੈਸੀ ਹੁੰਦੀ ਹੈ। ਤੇ ਮੇਲਿਆਂ 'ਚ ਉਹ ਸਾਰੀ ਜਿਹੜੀ ਮੇਰੇ ਜੈਲ ਲੱਗੀ ਹੋਣੀ ਉਹ ਸਾਰੀ ਥੱਲੇ ਆ ਜਾਣੀ, ਕੱਪੜਿਆਂ 'ਚ ਆ ਜਾਣੀ। ਮੈਂ ਜਦੋਂ ਪ੍ਰੋਗਰਾਮ ਤੋਂ ਜਾਣਾ, ਜਦੋਂ ਵੀ ਰਾਤ ਨੂੰ ਫ੍ਰੀ ਹੋਣਾ, ਮੈਂ ਜਾ ਕੇ ਮੰਮੀ ਕੋਲ ਚਲੇ ਜਾਣਾ। ਮੈਂ ਮੰਮੀ ਨੂੰ ਕਹਿਣਾ, ਮੈਂ ਨਾ ਮੰਮੀ ਥੋੜਾ ਜਿਹਾ ਡੈਡੀ ਨੂੰ ਕਹੋ ਵੀ ਕੱਲ੍ਹ ਦਾ ਦਿਨ ਮੈਨੂੰ ਛੁੱਟੀ ਦੇ ਦੇਣ, ਮੈਂ ਨਹੀਂ ਜਾਣਾ, ਗਰਮੀ ਬਹੁਤ ਆ। ਉਹ ਵੀ ਮੈਂ ਕਿਹਾ ਜੀ ਅਸੀਂ ਤਾਂ ਹੁਣ ਤੁਹਾਨੂੰ ਪਤਾ ਮੰਮੀ ਏਸੀ 'ਚ ਰਹਿਣ ਵਾਲੇ ਹਾਂ, ਅਸੀਂ ਤਾਂ ਮਰ ਜਾਣਾ ਗਰਮੀ 'ਚ ਉੱਥੇ। ਮੈਨੂੰ ਮੰਮੀ ਨੇ ਕਹਿਣਾ ਚੱਲ ਕੋਈ ਨਹੀਂ, ਗੱਲ ਕਰਦੇ ਹਾਂ ਡੈਡੀ ਨਾਲ। ਡੈਡੀ ਨਾਲ ਗੱਲ ਕਰਨੀ, ਹੁਣ ਉਹਨਾਂ ਨੂੰ ਤਾਂ ਪਤਾ ਸੀ ਗੱਲ ਦਾ। ਡੈਡੀ ਨਾਲ ਗੱਲ ਕਰਨੀ, ਉਹਨਾਂ ਨੇ ਫਿਰ ਉੱਪਰ ਦੀ ਆ ਜਾਣਾ। ਮੈਂ ਬਹਾਨੇ ਮਾਰੀ ਜਾਣਾ, ਡੈਡੀ ਉਹ ਮੈਨੂੰ ਸਕੂਲ ਦਾ ਕੰਮ ਮਿਲਿਆ ਜੀ, ਮੈਂ ਹੋਮਵਰਕ ਕਰਨਾ ਜੀ, ਇਹ ਉਹ ਵਗੈਰਾ ਵਗੈਰਾ। ਤੂੰ ਕੋਈ ਨਹੀਂ ਬੇਟਾ, ਕਹਿੰਦੀ ਅਜੇ ਹੈਗੇ ਛੁੱਟੀਆਂ ਹੈਗੀਆਂ, ਹਜੇ ਕਰ ਲਈ, ਕੋਈ ਗੱਲ ਨਹੀਂ, ਚੱਲ ਤੂੰ ਆ ਜਾ, ਤੂੰ ਜਾਣਾ।
ਇਹ ਟੈਣਾ ਸਾਹਿਬ ਸਿਲਸਿਲਾ ਚੱਲਦਾ ਰਿਹਾ 2-3 ਮਹੀਨੇ 4 ਮਹੀਨੇ ਇਹੀ ਕਹਾਣੀ ਚੱਲਦੀ ਰਹੀ। ਮੈਂ ਬਹਾਨੇ ਬਣਾਉਂਦਾ ਰਿਹਾ, ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ, ਉਹ ਮੈਨੂੰ ਨਾਲ ਲੈ ਕੇ ਜਾਂਦੇ ਰਹੇ। ਐਸਾ ਟਾਈਮ ਆਇਆ, ਹੰਝੂ ਰਿਲੀਜ਼ ਹੋਈ, ਇੰਨਾ ਕੰਮ ਸੀਗਾ ਹੰਝੂ ਦੇ ਟਾਈਮ ਤੇ ਕਿ 2-3 ਦਿਨ ਸਾਡੇ ਕੋਲੋਂ ਘਰ ਨਹੀਂ ਆ ਹੁੰਦਾ ਸੀ, ਇੰਨਾ ਕੰਮ ਕੀਤਾ ਉਸ ਟਾਈਮ। ਔਰ ਉਹਦੇ ਦਰਮਿਆਨ ਵਿੱਚ ਮੇਰੇ ਖਿਆਲ 2 ਜਾਂ 3 ਦਿਨ ਦੀ ਵਿੱਚ ਸਾਨੂੰ ਛੁੱਟੀ ਮਿਲ ਗਈ ਤੇ ਥੱਕ ਮੈਂ ਵੀ ਬਹੁਤ ਹੋ ਗਿਆ, ਡੈਡੀ ਵੀ ਓਬਵੀਅਸਲੀ ਥੱਕੇ ਹੋਏ ਸੀਗੇ ਕਿਉਂਕਿ 2.5-3 ਘੰਟੇ ਉਹਨਾਂ ਨੇ ਗਾਉਣਾ, ਉਸ ਤੋਂ ਬਾਅਦ 1.5 ਘੰਟਾ ਫੋਟੋਆਂ ਲਈ ਖੜੇ ਰਹਿਣਾ ਤੇ ਇੰਨਾ ਕੰਮ ਕਰਨ ਦੇ ਬਾਅਦ ਵੀ ਫਿਰ ਇੱਕ ਦਿਨ 'ਚ 4-4 ਪ੍ਰੋਗਰਾਮ ਕਰਨੇ, ਖੜੇ ਹੋ ਕੇ ਗਾਉਣਾ ਤੋਂ ਪੈਰ ਤਾਂ ਫੁੱਲ ਹੀ ਜਾਂਦੇ, ਸੁੱਜ ਜਾਂਦੇ। ਤੇ ਹੋਇਆ ਕਿ ਇਹ ਡੈਡੀ ਬੈਠੇ ਆਪਣੇ ਰੂਮ ਦੇ ਵਿੱਚ ਤਾਂ ਟੀਵੀ ਦੇਖ ਰਹੇ ਤੇ ਮੈਂ ਗਿਆ ਕਮਰੇ 'ਚ, ਸੁੱਤਾ ਉੱਠਿਆ, ਮੈਂ ਉੱਠਦੀ ਮੈਂ ਡੈਡੀ ਦੇ ਪੈਰਾਂ ਕੋਲ ਗਿਆ, ਮੈਂ ਜਾ ਕੇ ਪੈਰੀ ਹੱਥ ਲਾਉਣ ਲੱਗਾ ਤੇ ਮੈਂ ਹਲਕਾ ਜਿਹਾ ਪੈਰਾਂ ਨੂੰ ਇਦਾਂ ਕਰਕੇ ਇਦਾਂ ਕੀਤਾ ਤੇ ਉਹਨਾਂ ਦੀ ਚੀਸ ਨਿਕਲ ਗਈ ਤੇ ਓਏ ਮਰ ਗਿਆ। ਮੈਂ ਜਦੋਂ ਦੇਖਿਆ ਅੱਡੀਆਂ ਇੰਨੀਆਂ ਹੋਈਆਂ, ਸੁੱਜੀਆਂ ਹੋਈਆਂ ਡੈਡੀ ਦੀਆਂ ਤੇ ਮੈਂ ਲਫ਼ਜ਼ ਨਹੀਂ ਇੱਕ ਬੋਲਿਆ, ਮੈਂ ਚੁੱਪ ਕਰਕੇ ਮੈਂ ਗਿਆ। ਮੈਂ ਮੇਰੇ ਖਿਆਲ ਬੀਬੀ ਜੀ ਉਦੋਂ ਸੀਗੇ, ਜ਼ਿੰਦਾ ਸੀਗੇ ਉਦੋਂ, ਸ਼ਾਇਦ ਦਾਦੀ ਸੀ, ਸ਼ਾਇਦ ਮੰਮੀ ਸੀਗੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਉਹ ਸੋਜਿਸ਼ ਹੋ ਗਈ ਹੈ ਤੇ ਉਹਨੂੰ ਕਿੱਦਾਂ ਕਰੀਦਾ? ਉਹਨਾਂ ਨੇ ਦੱਸਿਆ ਵੀ ਉਹ ਗਰਮ ਪਾਣੀ ਦੇ ਵਿੱਚ ਲੂਣ ਪਾ ਕੇ ਤਾਂ ਸਰੋਂ ਦਾ ਤੇਲ ਪਾ ਕੇ ਟਕੋਰ ਕਰਦੇ ਤੇ ਠੀਕ ਹੋ ਜਾਣਾ। ਮੈਂ ਠੀਕ ਹੈ ਜੀ। ਮੈਂ ਗਿਆ, ਗਰਮ ਕੀਤਾ ਪਾਣੀ, ਮੈਂ ਲੈ ਕੇ ਗਿਆ, ਇੱਕ ਲਫ਼ਜ਼ ਨਹੀਂ ਬੋਲੇ। ਉਹ ਸਾਹਮਣੇ ਟੀਵੀ ਚੱਲ ਰਿਹਾ, ਉਹ ਟੀਵੀ ਵੱਲ ਵੀ ਦੇਖੀ ਜਾਂਦੇ, ਇੱਕ ਅੱਖ ਨਾਲ ਮੇਰੇ ਵੱਲ ਦੇਖੀ ਜਾਂਦੇ ਵੀ ਇਹ ਕਰ ਕੀ ਰਿਹਾ, ਕਿਉਂਕਿ ਉਹ ਹਮੇਸ਼ਾ ਮੈਨੂੰ ਤਰੀਕੇ ਜਿਹੇ ਨਾਲ ਬਿਠਾਉਂਦੇ ਰਹਿੰਦੇ ਸੀਗੇ ਆਪਣੇ ਕੋਲ। ਮੈਂ ਬਹਿੰਦਾ ਨਹੀਂ ਹੁੰਦਾ ਸੀਗਾ, ਮੈਨੂੰ ਇਹ ਹੁੰਦਾ ਸੀਗਾ ਵੀ ਯਾਰ ਇਹਨਾਂ ਨੇ ਮੈਨੂੰ ਇੱਦਾਂ ਕਹੀ ਜਾਣਾ, ਮੈਨੂੰ ਇਹ ਕਹੀ ਜਾਣਾ, ਯਾਰ ਛੱਡੋ ਯਾਰ ਕੀ ਬਹਿਣਾ, ਹੈ ਨਾ। ਅਤੇ ਮੈਂ ਟਕੋਰ ਕਰਨੀ ਸ਼ੁਰੂ ਕੀਤੀ ਤੇ ਕੁਛ ਨਹੀਂ ਬੋਲੇ ਉਹ। ਮਤਲਬ 15-20 ਮਿੰਟ, ਅੱਧਾ ਘੰਟਾ ਜਦੋਂ ਟਕੋਰ ਹੋ ਗਈ, ਮੈਂ ਉਹ ਪੈਰ ਸਾਫ਼ ਕਰਕੇ ਉਹਨਾਂ ਦੇ ਮੈਂ ਭਾਂਡਾ ਚੱਕਣ ਲੱਗਾ। ਮੈਨੂੰ ਕਹਿੰਦੇ ਕਿੱਥੇ ਚੱਲਾਂ? ਮੈਂ ਕਿਹਾ ਜੀ ਮੈਂ ਰੱਖਿਆ ਵਾ। ਮੈਨੂੰ ਕਹਿੰਦੇ ਇੱਧਰ ਆ। ਮੈਂ ਕੋਲ ਗਿਆ ਉਹਨਾਂ ਦੇ ਤੇ ਮੈਨੂੰ ਕਹਿੰਦੇ ਕਿੱਥੇ ਗਿਆ ਸੀ? ਮੈਂ ਕਿਹਾ ਜੀ ਮੈਂ ਤਾਂ ਸੁੱਤਾ ਉੱਠ ਕੇ ਆਇਆ। ਕਹਿੰਦੇ ਲੱਗ ਗਿਆ, ਅੱਖਾਂ ਦਿਖਾ ਮੈਨੂੰ। ਮੈਂ ਕਿਹਾ ਜੀ ਲੋ। ਕਹਿੰਦੇ ਕੁਝ ਖਾਧਾ ਪੀਤਾ ਤੂੰ? ਨਸ਼ਾ ਨੁਸ਼ਾ ਤਾਂ ਨਹੀਂ ਕੀਤਾ? ਮੈਂ ਕਿਹਾ ਜੀ ਨਹੀਂ, ਕੀ ਹੋਇਆ ਜੀ? ਕਹਿੰਦੇ ਯਾਰ ਅੱਗੇ ਤਾਂ ਕਦੀ ਤੂੰ ਮੇਰੇ ਕੋਲ ਬਹਿੰਦਾ ਨਹੀਂ, ਅੱਜ ਕੀ ਖਾ ਕੇ ਆਇਆ ਸਵੇਰੇ ਸਵੇਰੇ? ਮੈਂ ਕਿਹਾ ਜੀ ਕੁਝ ਨਹੀਂ, ਮੈਂ ਤਾਂ ਸੁੱਚੇ ਮੂੰਹ ਆ ਜੀ। ਮੈਂ ਕਿਹਾ ਮੈਂ ਤਾਂ ਸਿਰਫ ਇਹ ਦੇਖਿਆ ਜੀ, ਮੇਰੀ ਅੱਖਾਂ ਭਰ ਗਈਆਂ। ਮੈਂ ਕਿਹਾ ਜੀ ਤੁਹਾਡਾ ਕੰਮ ਬਹੁਤ ਔਖਾ, ਵੀ ਅਸੀਂ ਤਾਂ ਜਦੋਂ ਸਾਨੂੰ ਕੋਈ ਚੀਜ਼ ਚਾਹੀਦੀ ਹੁੰਦੀ ਅਸੀਂ ਇਹ ਨਹੀਂ ਦੇਖਦੇ 2000 ਦੀ, 3000 ਦੀ, 4000 ਦੀ, ਤੇ ਕਹਿੰਦੇ ਡੈਡੀ ਸਾਨੂੰ ਚਾਹੀਦੀ ਆ। ਕਦੀ ਇਹ ਨਹੀਂ ਸੋਚਿਆ ਕਿ ਯਾਰ ਇਹ ਕਮਾਈ ਆਉਂਦੀ ਕਿੱਦਾਂ ਆ। ਡੈਡੀ ਖੜੇ ਹੋ ਗਏ, ਉਹਨਾਂ ਨੇ ਮੈਨੂੰ ਜੱਫੀ ਪਾਈ, ਕਹਿੰਦੇ ਬਸ ਮੈਂ ਇਹੀ ਚਾਹੁੰਦਾ ਸੀ, ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਕਿ ਬੇਟਾ ਮਿਹਨਤ ਕੀ ਹੁੰਦੀ ਆ, ਯਾਰੀ ਦੋਸਤੀ ਇਹ ਇੱਥੇ ਤੱਕ ਹੀ ਰਹਿ ਜਾਣੀ ਆ, ਗਾਂ ਜ਼ਿੰਦਗੀ 'ਚ ਸਾਥ ਨਹੀਂ ਦੇਣਾ ਇਹਨੇ। ਬਿਲਕੁਲ ਸਹੀ। ਤੇ ਉਹਨਾਂ ਦੀਆਂ ਗੱਲਾਂ ਸਮਝਾਈਆਂ ਹੋਈਆਂ, ਅੱਜ ਕਰੀ ਜਾਂਦੇ ਥੋੜਾ। ਅਲੈਕਸ ਬਾਈ ਜੀ, ਤੁਸੀਂ ਜਿਹੜੀਆਂ ਗੱਲਾਂ ਬਾਤਾਂ ਤੁਹਾਨੂੰ ਦੱਸੀਆਂ ਨਾ, ਇਹ ਸੱਚੀ ਮੁੱਚੀ ਭਾਵਕ ਕਰਨ ਵਾਲੀਆਂ। ਬਿਲਕੁਲ ਜੀ। ਜੇਕਰ ਉਹ ਅੱਜ ਵੀ ਹੁੰਦੇ ਤਾਂ ਸ਼ਾਇਦ ਅੱਜ ਵੀ ਬਹੁਤ ਮਕਬੂਲ ਹੁੰਦੇ ਜੀ। ਉਹਨਾਂ ਦੇ ਗਾਣੇ ਤਾਂ ਚੇਤੇ ਦੇ ਵਿੱਚੋਂ ਵਿਸਰਨੇ ਹੀ ਨਹੀਂ ਜੀ ਜੀ। ਤੁਸੀਂ ਉਹਨਾਂ ਦੇ ਪੈੜ 'ਚ ਇਹਨਾਂ ਦੇ ਉੱਤੇ ਚੱਲਦੇ ਰਹੋ, ਅਸੀਂ ਇਹਦੀ ਕਾਮਨਾ ਕਰਦੇ, ਚੰਗਾ ਗਾਉਂਦੇ ਰਹੋ। ਤੇ ਉਦਾਸੀ ਦੇ ਆਲਮ ਦੇ ਨਾਲ ਨਾਲ ਬੀਟ ਗੀਤ ਆ ਜਿਹੜੇ ਨੱਚਣ ਟੱਪਣ ਵਾਲੇ, ਉਹ ਵੀ ਨਿੱਠ ਕੇ ਗਾਓ, ਕਿਉਂਕਿ ਅੱਜ ਕੱਲ ਇਹਨਾਂ ਗੀਤਾਂ ਦਾ ਵੀ ਜ਼ਮਾਨਾ ਜੀ, ਤੇ ਉਹ ਤਾਂ ਹਰ ਤਰ੍ਹਾਂ ਦਾ ਹੀ ਗਾ ਲੈਂਦੇ ਸੀ। ਬਿਲਕੁਲ ਜੀ। ਤੇ ਸਾਡੇ ਨਾਂ ਦੀ ਮਹਿੰਦੀ ਲਾ ਤੇ ਸਾਡੀ ਫਰਮਾਇਸ਼ ਤੇ ਬਿਲਕੁਲ ਉਹ ਵੀ ਕਮਾਲਾਂ ਕਰ ਗਏ ਉਸ ਮਾਮਲੇ 'ਚ ਵੀ। ਤੇ ਤੁਸੀਂ ਸਾਰੇ ਪਾਸੇ ਸਿਰਾ ਲਾਓ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਟੂਡੀਓ ਦੇ ਵਿੱਚ ਆਏ ਆ। ਜਦੋਂ ਤੁਹਾਡਾ ਗਾਣਾ ਚੜ ਗਿਆ ਆਤਿਸ਼ਬਾਜ਼ੀ ਵਾਂਗੂ ਕੋਈ ਵੀ, ਤੇ ਆਪਾਂ ਫੇਰ ਇੱਥੇ ਬੈਠਾਂਗੇ। ਜੀ ਜੀ ਬਿਲਕੁਲ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ, ਜਾਣਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।